ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਉ ਅੰਗਦ ਦੁਖ ਨਿਕੰਦਨ। ਅਮਰ ਦਾਸ ਗੁਰ ਹਿਰਦੈ ਧਿਆਵਉ, ਹਿਰਦੈ ਧਿਆਵਉ। ਸ਼੍ਰੀ ਗੁਰ ਰਾਮਦਾਸ ਗੁਣ ਗਾਵਉ। ਸ਼੍ਰੀ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ। ਤਹਾਰੋਂ ਤਹਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਾਧਾ, ਬੰਦੋਂ ਕਰ ਅਨੁਰਾਗਾ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ। ਦੇ ਕਰ ਗੁਰ ਅਗਿਆਨ ਕਟੇਰਾ। ਹੋਤ ਪਇਓ ਅਰੁਣੋਦੈ ਕਾਲਾ। ਨਿਕਸੇ ਤਹਿ ਸ਼ਿਨ ਵਹਿਰ ਕਿਰਪਾਲਾ। ਇਸ ਪ੍ਰਕਾਰ ਉਪਦੇਸ਼ ਕਨੇਰਾ। ਦੇ ਕਰ ਗੁਰ ਅਗਿਆਨ ਕਟੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗਹੁ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਿਕ। ਹਲਤ ਪਲਤ ਕੇ ਰਖਿਅਕ, ਵਾਲੀਏ ਦੋ ਜਹਾਨ। ਸ਼ਬਦਾ ਅਵਤਾਰ ਸ਼ਬਦ ਗੁਰੂ, ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ, ਧੰਨ ਦਸਮੇਸ਼ ਪਿਤਾ ਸਰਬੰਸਦਾਨੀ ਸਤਿਗੁਰੂ ਅੰਮ੍ਰਿਤ ਕੇ ਦਾਤੇ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ
ਜੁੜ ਬੈਠੀ ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ, ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਸੰਗਤਾਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਜਦੋਂ ਬਚਨ ਕਰਨਾ ਕੀਤਾ ਕਿ 10ਵੀਂ ਵਾਲੇ ਦਿਨ ਅਸਾਂ ਨੇ ਸਮਾਉਣਾ ਕਰਨਾ ਹੈ, ਨਾਲ ਗੁਰੂ ਕੇ ਸਿੱਖਾਂ ਨੂੰ ਭਾਈ ਸਧਾਰਨ ਆਦਿਕ ਉਹਨਾਂ ਨੂੰ ਮਹਾਰਾਜ ਜੀ ਨੇ ਉਚੇਚੇ ਤੌਰ ਤੇ ਆ ਡਿਊਟੀ ਲਾਈ ਹੈ ਪ੍ਰਬੰਧ ਦੀ ਕਿ ਸਾਰਾ ਪ੍ਰਬੰਧ ਜਿਹੜਾ ਹੈ ਚੰਦਨ ਆਦਿਕ ਦਾ ਤੁਸੀਂ ਛਿੜਕਾ ਕਰਨਾ ਹੈ ਤੇ ਗੁਰੂ ਘਰ ਨੂੰ ਚੰਗੀ ਤਰ੍ਹਾਂ ਲੀਪਣਾ ਹੈ, ਪੂਰੀ ਤਿਆਰੀ ਕਰਨੀ ਹੈ, ਕੁਸ਼ਾ ਆਦਿਕ ਨੂੰ ਸਜਾ ਕਰਕੇ ਰੱਖਣਾ। ਇਹ ਸਭ ਤਿਆਰਾ ਆਪ ਜੀਆਂ ਨੇ ਕਰਨਾ। ਭਾਈ ਸਧਾਰਨ ਨੇ ਜਦੋਂ ਪੂਰੀ ਤਿਆਰੀ ਕਰਨੀ ਕੀਤੀ, ਤਿਆਰੀ ਕਰਨ ਤੋਂ ਬਾਅਦ ਭਾਈ ਸਧਾਰਨ ਆਇਆ, ਗਲ ਵਿੱਚ ਪੱਲਾ ਪਾ ਕਰਕੇ ਮਹਾਰਾਜ ਜੀ ਨੂੰ ਅਰਜ਼ ਕਰਦਾ ਕਿ ਉਹ ਆਪ ਜੀ ਨੇ ਜਿਸ ਤਰ੍ਹਾਂ ਹੁਕਮ ਕੀਤਾ ਸੀ, ਬਚਨ ਕੀਤਾ, ਆਪ ਜੇ ਕਹੇ ਮੁਤਾਬਕ ਸਤਿਗੁਰੂ ਮਹਾਰਾਜ ਪੂਰਾ ਪ੍ਰਬੰਧ ਹੋ ਗਿਆ। ਜੇ ਕੁਛ ਰਹਿ ਗਿਆ ਤੇ ਇੱਕ ਵਾਰੀ ਆਪ ਜੀ ਨਿਗਾਹ ਮਾਰੋ, ਨਿਗਾਹ ਮਾਰ ਕੇ ਮਹਾਰਾਜ ਕੋਈ ਊਣਤਾਈ ਹੈ ਤਾਂ ਦੱਸ ਦਿਓ, ਉਹ ਅਸੀਂ ਸੁਧਾਰ ਲਵਾਂਗੇ। ਤੇ ਜਦੋਂ ਇਹ ਬਚਨ ਕੀਤਾ, ਵਿਰਾਗ ਜਿਹੜਾ ਛਲਕ ਕੇ ਆਇਆ, ਬਾਣੀ ਗਦਗਦ ਹੋ ਗਈ ਹੈ, ਵਿਰਾਗ ਦੇ ਵਿੱਚ ਅਥਰੂ ਨਿਕਲ ਗਏ ਹਨ, ਅੱਖਾਂ ਭਰ ਕੇ ਆ ਗਈਆਂ। ਤੇ ਸਤਿਗੁਰੂ ਮਹਾਰਾਜ ਜੀ ਨੇ ਫਿਰ ਸੰਗਤ ਨੂੰ ਜਦੋਂ ਵੇਖਿਆ ਕਿ ਸਾਰੇ ਗਮਗੀਨ ਹੋ ਗਏ, ਬਹੁਤ ਜ਼ਿਆਦਾ ਵਿਰਾਗ ਛਾ ਗਿਆ, ਤਾਂ ਸਤਿਗੁਰੂ ਮਹਾਰਾਜ ਜੀ ਨੇ ਪਾਵਨ ਮੁਖਾਰ ਬਿੰਦ ਦੇ ਰਾਹੀਂ ਉਪਦੇਸ਼ ਦੀ ਬਖਸ਼ੀਸ਼ ਕਰਨੀ ਕੀਤੀ ਹੈ। ਮਹਾਰਾਜ ਜੀ ਨੇ ਇਹੀ ਸਮਝਾਇਆ ਕਿ ਭਾਈ ਸਰੀਰ ਤਾਂ ਮਰਨ ਧਰਮਾ ਹੈ, ਜਿਤੇ ਰਾਮ ਹੂਏ ਸਭੇ ਅੰਤ ਮੂਏ, ਜਿਤੇ ਕ੍ਰਿਸ਼ਨ ਵੈ ਹੈ ਸਰ ਭਏ, ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਕਹਿਣ ਦਾ ਭਾਵ ਕਿ ਜਿੰਨੇ ਔਲੀਆ ਅੰਬੀਆ ਗੌਸ ਵੈ ਹੈ, ਸਭੇ ਅੰਤ ਕੋ ਕਾਲ ਦਾੜਾ ਚਬੈ ਹੈ। ਤੇ ਕਾਲ ਤੋਂ ਕੋਈ ਬਚ ਨਹੀਂ ਸਕਿਆ, ਸਾਰੇ ਕਾਲ ਦਾ ਇੱਕ ਦਿਨ ਖਾਜਾ ਬਣ ਜਾਂਦੇ ਹਨ। ਇਹ ਤਨ ਤਾਂ ਨਾਸ਼ਵੰਤ ਹੈ, ਇਸ ਕਰਕੇ ਤੁਸੀਂ ਤਨ ਦੇ ਨਾਲ ਨਾ ਜੁੜਨਾ ਕਰੋ। ਜਿਹੜਾ ਵੀ ਤਨ ਦੇ ਨਾਲ ਜੁੜੇਗਾ, ਤਨ ਦੇ ਨਾਲ ਮੋਹ ਪਾਵੇਗਾ, ਇੱਕ ਨਾ ਇੱਕ ਦਿਨ ਉਹਦਾ ਮੋਹ ਭੰਗ ਹੋ ਜਾਵੇਗਾ, ਉਹਦਾ ਪ੍ਰੇਮ ਟੁੱਟ ਜਾਵੇਗਾ। ਜੇ ਪ੍ਰੇਮ ਹੀ ਕਰਨਾ, ਸਾਡੇ ਨਾਲ ਜੁੜਨਾ, ਤੇ ਸ਼ਬਦ ਮਿਲੈ ਸੋ ਮਿਲ ਰਹਿ, ਤੇ ਜਾਂ ਆਪੇ ਲਏ ਮਿਲਾਏ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਜਿਹੜੇ ਸ਼ਬਦ ਦੇ ਨਾਲ ਮਿਲ ਜਾਂਦੇ ਹਨ, ਉਹੀ ਭਾਈ ਸਾਡੇ ਨਾਲ ਮਿਲਿਆ ਕਰਕੇ ਜਾਣਨਾ ਕਰੋ। ਫਿਰ ਸਤਿਗੁਰੂ ਮਹਾਰਾਜ ਜੀ ਨੇ ਕਾਲ ਦੇ ਬਾਬਤ ਕਿਹਾ ਕਿ ਭਾਈ ਇਹ ਸਾਡੀ ਗੱਲ ਨਹੀਂ ਹੈ। ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵਜੀਉ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਇਹ ਤਾਂ ਕਾਲ ਦਾ ਤਮਾਸਾ ਹੈ। ਕਾਲ ਕਰਕੇ ਹੀ ਬ੍ਰਹਮਾ ਪੈਦਾ ਹੋਇਆ, ਵਿਸ਼ਨੂੰ ਜਿਹੜਾ ਹੈ ਇਹ ਵੀ ਕਾਲ ਦੇ, ਸਾਰੇ ਕਾਲ ਦੇ ਗੇੜ ਦੇ ਵਿੱਚ ਹੈ। ਅਵਰ ਸੋ ਕਾਲ ਸਭ ਹੈ ਬਸ ਕਾਲ ਕੇ, ਏਕ ਹੀ ਕਾਲ ਅਕਾਲ ਸਦਾ ਹੈ। ਇੱਕ ਅਕਾਲ ਪੁਰਖ ਪਰਮਾਤਮਾ ਉਹੀ ਕਾਲ ਤੋਂ ਪਰੇ ਹਨ, ਕਿਉਂਕਿ ਉਹਨਾਂ ਨੇ ਕਾਲ ਦੀ ਸਿਰਜਣਾ ਕਰਨੀ ਕੀਤੀ, ਬਾਕੀ ਸਾਰੇ ਕਾਲ ਦੇ ਗੇੜ ਦੇ ਵਿੱਚ ਹਨ। ਇਹ ਸਤਿਗੁਰੂ ਮਹਾਰਾਜ ਜੀ ਨੇ ਪਾਵਨ ਉਪਦੇਸ਼ ਦਿੱਤਾ। ਤੇ ਜਿਹੜੀਆਂ ਸੰਗਤਾਂ ਵਿਰਾਗ ਕਰ ਰਹੀਆਂ ਸੀ, ਅਥਰੂ ਜਿਨ੍ਹਾਂ ਦੇ ਅੱਖਾਂ ਦੇ ਵਿੱਚ ਭਰ ਕੇ ਆਏ, ਜਿਸ ਤਰ੍ਹਾਂ ਤੀਜੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਜਦੋਂ ਭਾਣਾ ਵਰਤਾਇਆ ਸੀ, ਤੇ ਸੰਗਤਾਂ ਜਿਹੜੀਆਂ ਹਨ ਬਹੁਤ ਵਿਰਾਗ ਉਹਨਾਂ ਨੇ ਕਰਨਾ ਕੀਤਾ, ਬਹੁਤ ਜ਼ਿਆਦਾ ਵਿਰਲਾਪ ਜਦੋਂ ਕਰ ਰਹੇ ਸਨ। ਵੇਖ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਮਤ ਮੈਂ ਪਿੱਛੈ ਕੋਈ ਰੋਵਸੀ ਸੋ ਮੈਂ ਮੂਲ ਨਾ ਪਾਇਆ, ਮਿਤ ਪੈਜੈ ਮਿਤ ਬਿਗਸੈ, ਜਿਤ ਮਿਤ ਕੀ ਪੈਜ ਭਾਵੈ, ਤੁਸੀਂ ਵਿਚਾਰ ਦੇਖੋ ਪੁੱਤ ਭਾਈ। ਮਹਾਰਾਜ ਜੀ ਨੇ ਕਿਹਾ ਕਿ ਜਦੋਂ ਕੋਈ ਮਿੱਤਰ ਜਿਹੜਾ ਉਹਦੀ ਪੈਜ ਰਹਿ ਜਾਂਦੀ ਹੈ,
ਜਦੋਂ ਉਹ ਬਾਜੀ ਜਿੱਤ ਕੇ ਜਾਂਦਾ ਤੇ ਉਹਦੇ ਨਾਲ ਦੇ ਮਿੱਤਰ ਜਿਹੜੇ ਹਨ ਉਹ ਵਿਰਾਗ ਨਹੀਂ ਕਰਦੇ ਹਨ, ਉਹਦਾ ਆਨੰਦ ਮਨਾਉਂਦੇ ਹਨ। ਸਤਿਗੁਰੂ ਮਹਾਰਾਜ ਜੀ ਨੇ ਇਹ ਵੀ ਤਾਂ ਕਿਹਾ ਨਾ ਗੁਰਬਾਣੀ ਦੇ ਵਿੱਚ ਕਿ ਕਬੀਰ ਸੰਤ ਨਹੀਂ ਹੋਏ ਕਿਆ ਰੋਈਆ ਜੋ ਆਪਣੇ ਗ੍ਰਹਿ ਜਾਏ, ਕੋਈ ਮਾਂ ਦੇ ਕੇ ਚਲਾਣਾ ਕਰਦਾ ਜਾਂ ਸਤਿਗੁਰੂ ਮਹਾਰਾਜ ਤੋਂ ਭਾਣਾ ਵਰਮਾਉਂਦੇ ਹਨ, ਪਰ ਫਿਰ ਉਹਨਾਂ ਦੇ ਵਾਸਤੇ ਨਹੀਂ ਰੋਣਾ ਚਾਹੀਦਾ, ਉਹਨਾਂ ਦੇ ਵਾਸਤੇ ਕਿਤੇ ਵਿਰਾਗ ਨਹੀਂ ਕਰਨਾ ਚਾਹੀਦਾ। ਉਹ ਤਾਂ ਆਪਣੇ ਘਰ ਵਿੱਚ ਚੱਲੇ ਹਨ, ਕੋਈ ਬੰਦਾ ਸਫ਼ਰ ਕਰਕੇ ਆ ਕੇ ਯਾਤਰਾ ਕਰਕੇ ਫਿਰ ਵਾਪਸ ਪਲ ਕੇ ਆਪਣੇ ਘਰ ਨੂੰ ਚੱਲ ਜਾਵੇ, ਆਪਾਂ ਵਿਰਾਗ ਛੁੱਟ ਜਾਵੇ। ਮਹਾਰਾਜ ਜੀ ਨੇ ਕਿਹਾ ਕਿ ਉਹਦੇ ਵਾਸਤੇ ਰੋਵੋ ਸਭ ਦੇ ਵਾਸਤੇ ਜੋ ਹੌਰੇ ਹੱਥ ਸਕਾਏ, ਜੋ ਥਾਂ ਥਾਂ ਤੇ ਵਿਕ ਜਾਂਦਾ, ਜੋ ਥਾਂ ਕੇ ਜਿਹਨੇ ਆਪਣਾ ਜ਼ਮੀਰ ਵੇਚਣਾ ਕੀਤਾ, ਜਿਨ੍ਹਾਂ ਦੇ ਅੰਦਰ ਕੁਛ ਵੀ ਨਹੀਂ ਰਿਹਾ, ਉਹਦੇ ਮਨਮੁਖ ਲੋਕ ਜਦੋਂ ਕਰਦੇ ਉਹਨਾਂ ਦੇ ਵਾਸਤੇ ਮਰਾਵੇ ਕਰਨਾ ਬਣਦਾ ਹੈ। ਸਤਿਗੁਰੂ ਮਹਾਰਾਜ ਜੀ ਨੇ ਪਾਵਨ ਉਪਦੇਸ਼ ਮਹਾਰਾਜ ਜੀ ਨੇ ਪਾਵਨ ਸਿੱਖਾਂ ਦੇ ਰਾਹੀਂ ਉਪਦੇਸ਼ ਦਿੱਤਾ। ਜੇ ਉਪਦੇਸ਼ ਆਪਦੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਬਹੁਤ ਸ਼ਰਧਾ ਭਾਵਨਾ ਦੇ ਨਾਲ ਸਰਵਣ ਕੀਤਾ ਸੀ। ਹੁਣ ਸਤਿਗੁਰੂ ਮਹਾਰਾਜ ਸਮਾਉਣੇ ਦਾ ਕੌਂਤਕ ਕਿਸ ਤਰ੍ਹਾਂ ਵਰਤਾਉਂਦੇ ਹਨ, ਆਓ ਪਿਆਰਿਓ ਆਉਣ ਵਾਲੀ ਅਗਲੀ ਉਹ ਲੜੀਵਾਰ ਕਥਾ ਉਹਨੂੰ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦਿਆਂ ਹੋਇਆਂ, ਸਤਿਗੁਰੂ ਮਹਾਰਾਜ ਜੀ ਦੇ ਦਰ ਕਰਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ। ਦੇਸ਼ ਕਨੇਰਾ। ਇਸ ਤਰ੍ਹਾਂ ਜਿਸ ਤਰ੍ਹਾਂ ਪਿਆਰਿਓ ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਪੂਰਾ ਵਿਸਥਾਰ ਦੇ ਨਾਲ ਜੋ ਮਹਾਰਾਜ ਜੀ ਨੇ ਉਪਦੇਸ਼ ਦਿੱਤਾ, ਹੁਣ ਦਾਸ ਨੇ ਦੋ ਸੰਖੇਪ ਦੇ ਵਿੱਚ ਆਪ ਜੀ ਨੂੰ ਸਰਵਣ ਕਰਾਇਆ ਹੈ। ਇਹ ਸਤਿਗੁਰੂ ਮਹਾਰਾਜ ਜੀ ਨੇ ਬਥੇਰਾ ਉਪਦੇਸ਼ ਦੇ ਕਰਕੇ ਦੇ ਕਰ ਗੁਰ ਅਗਿਆਨ ਕਟੇਰਾ। ਸਤਿਗੁਰੂ ਮਹਾਰਾਜ ਜੀ ਨੇ ਉਪਦੇਸ਼ ਦੇ ਕਰਕੇ ਸਿੱਖਾਂ ਦਾ ਅਗਿਆਨ ਉਹਨੂੰ ਕੱਟਣਾ ਕੀਤਾ। ਹੋਤ ਪਇਓ ਅਰੁਣੋਦੈ ਕਾਲਾ। ਫਿਰ ਪਿਆਰਿਓ ਅੰਮ੍ਰਿਤ ਵੇਲੇ ਦਾ ਜਦੋਂ ਸਮਾਂ ਆਇਆ ਹੈ, ਨਿਕਸੇ ਤਹਿਸ਼ਨ ਵਹਿਰ ਕਿਰਪਾਲਾ। ਸਤਿਗੁਰੂ ਕਿਰਪਾਲੂ ਸਤਿਗੁਰੂ ਮਹਾਰਾਜ ਫਿਰ ਅੰਮ੍ਰਿਤ ਵੇਲਾ ਜਾਣ ਕਰਕੇ 10ਵੀਂ ਵਾਲੇ ਦਿਨ ਸਤਿਗੁਰੂ ਮਹਾਰਾਜ ਗੁਰੂ ਘਰ ਤੋਂ ਧਰਮਸ਼ਾਲਾ ਤੋਂ ਸਤਿਗੁਰੂ ਮਹਾਰਾਜ ਬਾਰ-ਬਾਰ ਨੂੰ ਨਿਕਲੇ ਹਨ। ਜੈ ਜੈਕਾਰ ਹੋਏ ਚੌਫੇਰੇ। ਜਿੱਥੇ ਜਿੱਥੇ ਸਤਿਗੁਰੂ ਮਹਾਰਾਜ ਵਿਚਰਦੇ ਹਨ, ਸੰਗਤਾਂ ਦਾ ਬਹੁਤ ਭਾਰੀ ਇਕੱਠ ਹੈ। ਸੰਗਤਾਂ ਬੈਠੀਆਂ ਹੋਈਆਂ ਹਨ, ਕੋਈ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਿਹਾ, ਕੋਈ ਕੀਰਤਨ ਕਰ ਰਿਹਾ, ਕੋਈ ਧਿਆਨ ਸਮਾਧੀ ਲਾ ਕਰਕੇ ਬੈਠਿਆ ਹੋਇਆ। ਜਦੋਂ ਸਤਿਗੁਰੂ ਮਹਾਰਾਜ ਬਾਹਰ ਨਿਕਲੇ, ਹਰ ਇੱਕ ਸਿੱਖ ਨੇ ਮਹਾਰਾਜ ਜੀ ਦਾ ਜੈਕਾਰਾ ਕਰਨਾ ਕੀਤਾ। ਕਿਹਾ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਦੀ ਜੈ ਜੈਕਾਰ ਹੋਵੇ, ਜੈ ਜੈਕਾਰ ਹੋਵੇ। ਪੜ੍ਹੈ ਵੇਦ ਤੁਨ ਸ਼ਬਦ ਕਨੇਰੇ। ਕਈ ਜਿਹੜੇ ਹਨ ਗਿਆਨ ਦਾ ਜਿਹੜਾ ਹੈ ਉਹ ਵਾਚਦੇ ਹਨ, ਸ਼ਬਦਾਂ ਦਾ ਅਭਿਆਸ ਕਰਦੇ ਹਨ। ਕੁਸ਼ਾ ਮਿਰਦੁਲ ਜਹ ਰੁਚਿਰ ਬਿਸ਼ਾਉਨਾ। ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਸੀ ਨਾ ਕਿ ਚੰਗੀ ਤਰ੍ਹਾਂ ਭਾਈ ਕੁਸ਼ਾ ਆਪ ਜੀ ਦਬ ਨੂੰ ਵਿਛਾਉਣਾ ਕਰੋ, ਤਹਾਂ ਜਾਏ ਪੌਢੇ ਗੁਣ ਭਾਉਨਾ। ਉੱਥੇ ਜਾ ਕਰਕੇ ਗੁਨਾਹ ਦੇ ਖਜ਼ਾਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉੱਥੇ ਜਾ ਕਰਕੇ ਬੈਠਣਾ ਕੀਤਾ, ਵਿਸ਼ਰਾਮ ਕੀਤਾ। ਗੁਣਤ ਸੁਲਖਣੀ ਔਰ ਇਸ ਭਾਂਤੀ। ਫਿਰ ਮਾਤ ਸੁਲਖਣੀ ਜੀ ਨਾਲ ਬੈਠੇ ਹੋਏ ਹਨ। ਸਤਿਗੁਰੂ ਮਹਾਰਾਜ ਜੀ ਦੀ ਇਸ ਅਵਸਥਾ ਨੂੰ ਵੇਖ ਕਰਕੇ ਮਾਤ ਜੀਆਂ ਦੇ ਮਨ ਦੇ ਵਿੱਚ ਇਹ ਫੁਰਨਾ ਆਇਆ, ਇਹ ਬਚਨ ਆਇਆ। ਮਮ ਸੁਤ ਝੂਰਹਿਗੇ ਪਸਚਾਤੀ। ਉਹ ਮਨ ਵਿੱਚ ਸੋਚਦੇ ਹਨ ਕਿ ਸਤਿਗੁਰੂ ਮਹਾਰਾਜ ਜੀ ਨੇ ਜੇ ਭਾਈ ਕੌਂਤਕ ਵਰਤਾ ਦਿੱਤਾ, ਜੇ ਮਹਾਰਾਜ ਜੀ ਨੇ ਕਮਰ ਕਸਾ ਕਾਸੀ ਲਿਆ, ਫਿਰ ਬਾਅਦ ਦੇ ਵਿੱਚ ਮੇਰੇ ਜਿਹੜੇ ਦੋ ਬੱਚੇ ਹਨ ਉਹਨਾਂ ਨੇ ਬਹੁਤ ਜ਼ਿਆਦਾ ਝੂਰਨਾ ਹੈ। ਉਹਨਾਂ ਦੇ ਮਨ ਵਿੱਚ ਆਵੇਗਾ ਕਿ ਇੰਨਾ ਸਭ ਕੁਝ ਹੋਇਆ, ਤੁਸਾਂ ਨੇ ਸਾਨੂੰ ਨਹੀਂ ਸੱਦਿਆ,
ਸਾਨੂੰ ਨਹੀਂ ਬੁਲਾਇਆ, ਅਸੀਂ ਤਾਂ ਅੰਤਲੇ ਵਾਰ ਅਸੀਂ ਦਰਸ਼ਨ ਕਰ ਲੈਂਦੇ ਸੀ। ਇਹ ਵਿਚਾਰ ਮਾਤ ਸੁਲੱਖਣੀ ਜੀ ਦੇ ਮਨ ਵਿੱਚ ਆਇਆ ਹੈ। ਮਿਲੇ ਨ ਆਨ ਜਨਕ ਕੇ ਤਾਈ। ਉਹਨਾਂ ਦੇ ਮਨ ਵਿੱਚ ਇਹੀ ਰਹਿ ਜਾਵੇਗਾ ਕਿ ਸਾਡੇ ਸਤਿਕਾਰਯੋਗ ਪਿਤਾ ਜੀ ਨੂੰ ਅੰਤ ਦੇ ਵੇਲੇ ਅਸੀਂ ਵਿਦਾ ਕਰਨ ਵਾਸਤੇ ਵੀ ਨਹੀਂ ਆਏ ਹਨ। ਤਨਕ ਪ੍ਰਤੀਤ ਨ ਤਿਨ ਕੋ ਆਈ। ਉਹਨਾਂ ਦੇ ਮਨ ਦੇ ਵਿੱਚ ਲੇਕਿਨ ਪਿਆਰਿਓ ਪ੍ਰਤੀਤੀ ਨਹੀਂ ਹੈ, ਭਰੋਸਾ ਨਹੀਂ ਹੈ, ਵਿਸ਼ਵਾਸ ਨਹੀਂ ਹੈ। ਕਿਉਂਕਿ 7ਵੀਂ ਵਾਲੇ ਦਿਨ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਸੱਦਿਆ ਸੀ, ਉਹਨਾਂ ਨੇ ਕਹਿ ਦਿੱਤਾ ਕਿ ਸਤਿਗੁਰੂ ਮਹਾਰਾਜ ਇੰਝ ਹੀ ਬੋਲ ਰਹੇ ਹਨ। ਕਿਉਂਕਿ ਕੋਈ ਬੰਦਾ ਥੋੜ੍ਹੀ ਕਹਿੰਦਾ ਜੀ ਚਲੋ ਆਓ ਜੀ ਮੈਂ ਹੁਣ ਸਮਾਉਣਾ ਕਰਨਾ, ਮੈਂ ਚਲਾਣਾ ਕਰਨਾ ਹੈ। ਚੰਗੇ ਭਲੇ ਤਾਂ ਹਨ ਸਤਿਗੁਰੂ ਮਹਾਰਾਜ, ਐਵੇਂ ਕੋਈ ਕੌਤਕ ਵਰਤਾਇਆ ਹੋਵੇਗਾ। ਇੰਝ ਕਹਿ ਕਰਕੇ ਉਹਨਾਂ ਨੇ ਪੱਲਾ ਝਾੜ ਲਿਆ ਸੀ, ਨਹੀਂ ਆਏ ਸਨ। ਫਿਰ ਜਦੋਂ ਦੂਜੀ ਵਾਰੀ ਵੀ ਸੱਦਿਆ ਤਾਂ ਵੀ ਕਿਹਾ, ਦੇਖੋ ਜੀ 7ਵੀਂ ਵਾਲੇ ਦਿਨ ਵੀ ਕਿਹਾ ਸੀ ਤਾਂ ਸਤਿਗੁਰੂ ਮਹਾਰਾਜ ਤਾਂ ਭਾਣਾ ਨਹੀਂ ਵਰਤਾਇਆ। ਇਹ ਪਤਾ ਨਹੀਂ ਮਹਾਰਾਜ ਜੀ ਦੀ ਕੀ ਕੁਛ ਕੌਤਕ ਹੋਵੇਗਾ। ਕੋਈ ਮਹਾਰਾਜ ਇਹੋ ਜਿਹੇ ਅਜੀਬੋ ਗਰੀਬ ਕਈ ਵਾਰੀ ਕੰਮ ਕਰ ਜਾਂਦੇ ਹਨ। ਇਹ ਕਹਿ ਕਰਕੇ ਉਹਨਾਂ ਨੇ ਟਾਲ ਮਟੋਲਾ ਕਰ ਲਿਆ। ਹੁਣ ਮਾਤਨ ਜੀ ਨੂੰ ਤਾਂ ਪੱਕਾ ਪਤਾ ਸੀ ਕਿ ਸਤਿਗੁਰੂ ਮਹਾਰਾਜ ਜੀ ਨੇ ਭਾਣਾ ਵਰਤਾਉਣਾ ਹੈ, ਤੇ ਉਹਨਾਂ ਦੇ ਮਨ ਵਿੱਚ ਆਇਆ ਕਿ ਇੱਕ ਵਾਰੀ ਉਹਨਾਂ ਨੂੰ ਸੱਦਣਾ ਚਾਹੀਦਾ। ਤਬ ਠਾਂਢੀ ਵੈ ਪ੍ਰਭੂ ਅਗਾਰੀ। ਫਿਰ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਖੜ ਕਰਕੇ ਹਾਥ ਬੰਦ ਅਸ ਗਿਰਾ ਉਚਾਈ। ਹੱਥ ਜੋੜ ਕਰਕੇ ਮਾਤ ਸੁਲੱਖਣੀ ਜੀਆਂ ਨੇ ਇਹ ਬਚਨ ਕਰਨਾ ਕੀਤਾ। ਅਬ ਕੇ ਪੁਨ ਨਿਜ ਤਾਤਨ ਤਾਈ। ਕਹਿੰਦੇ ਸਾਰੋ ਸਪੁੱਤਰ ਹਨ ਉਹਨਾਂ ਦੇ ਤਾਈ ਪਠੋ ਆਪਾਂ ਸਦਨਾ ਕਰੀਏ, ਕਿਉਂਕਿ ਆਪ ਜੀ ਦਾ ਸਮਾਂ ਜਿਹੜਾ ਜੋ ਆਪ ਜੀ ਨੇ ਕਿਹਾ ਸੀ ਦਿਨ ਜਿਹੜਾ ਮੁਕਰਰ ਕਰਨਾ ਕੀਤਾ ਉਹ ਵੀ ਲਾਗੇ ਆ ਗਿਆ, ਉਹ ਵੀ ਸਮਾਂ ਪਹੁੰਚ ਗਿਆ। ਉਹ ਮਹਾਰਾਜ ਕਿਉਂ ਵਾਂਝੇ ਰਹਿਣ, ਮੇਰਾ ਚਿੱਤ ਕਰਦਾ ਇੱਕ ਵਾਰੀ ਉਹਨਾਂ ਨੂੰ ਬੁਲਾਉਣਾ ਚਾਹੀਦਾ। ਆਵਹਿੰਗੇ ਅਬ ਮਨ ਹੈ ਬਹਿਨਾ। ਮੇਰਾ ਦਿਲ ਕਰਦਾ ਕਿ ਐਤਕੀ ਜਦੋਂ ਆਪਾਂ ਉਹਨਾਂ ਨੂੰ ਸੱਦਾਂਗੇ ਬੁਲਾਵਾਂਗੇ, ਸਾਡਾ ਬਚਨ ਮੰਨ ਕਰਕੇ ਉਹਨਾਂ ਨੇ ਜ਼ਰੂਰ ਆਉਣਾ ਹੈ। ਸ਼ਿਮਾ ਛੇਤਰ ਤੁਮ ਸ਼੍ਰੀ ਗੁਣ ਐ ਨਾ। ਆਪ ਜੀ ਗੁਨਾ ਦੇ ਖਜ਼ਾਨੇ ਹੋ, ਸਤਿਗੁਰੂ ਮਹਾਰਾਜ ਕਿਰਪਾ ਦੇ ਘਰ ਹੋ। ਵੱਡੇ ਵੱਡੇ ਪਾਪੀਆਂ ਨੂੰ ਸਤਿਗੁਰੂ ਮਹਾਰਾਜ ਆਪ ਜੀ ਨੇ ਬਖਸ਼ ਲਿਆ। ਕੌੜਾ ਰਾਖਸ਼ ਵਰਗਾ ਤੇ ਭੂਮੀਆਂ ਚੋਰ ਵਰਗੇ ਔਰ ਪਿਆਰਿਓ ਦੇਵਲੂਤ ਰਾਖਸ਼ ਵਰਗੇ ਜਿਹੜੇ ਬੰਦਿਆਂ ਨੂੰ ਮਾਰ ਮਾਰ ਕਰਕੇ ਖਾ ਜਾਂਦੇ ਸਨ। ਵੱਡੇ ਤੋਂ ਵੱਡੇ ਕਾਤਲ ਜਿਹੜੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਜਿਨ੍ਹਾਂ ਨੇ ਲੋਕਾਂ ਨੂੰ ਮਾਰਨਾ ਕੀਤਾ, ਸਤਾਉਣਾ ਕੀਤਾ, ਜਦੋਂ ਆਪ ਜੀ ਦੀ ਸ਼ਰਨ ਵਿੱਚ ਆਏ, ਆਪ ਜੀ ਨੇ ਮਹਾਰਾਜ ਉਹਨੂੰ ਬਖਸ਼ ਲਿਆ। ਕਿਉਂਕਿ ਆਪ ਜੀ ਦਾ ਸੁਭਾਵ ਹਮਰੋ ਸੁਆਉ ਸਦਾ ਸਦ ਭੂਲਨ, ਤੁਮਰੋ ਬਿਰਦ ਹਰ ਪਤਿਤ ਉਧਰਨ। ਆਪ ਜੀ ਦਾ ਤੇ ਇਹ ਮੁੱਢ ਕਦੀਮੀ ਸੁਭਾਏ, ਆਪ ਸਦਾ ਵਾਸਤੇ ਬਖਸ਼ਿੰਦ ਹੋ। ਜੋ ਮਰਜੀ ਮਹਾਰਾਜ ਹੈ ਤਾਂ ਆਪਣੇ, ਇਹਨਾਂ ਨੇ ਬਚਨ ਨਹੀਂ ਮੰਨਿਆ। ਕੋਈ ਗੱਲ ਨਹੀਂ ਹੈ, ਐਤਕੀ ਆਉਣਗੇ, ਉਹਨਾਂ ਨੂੰ ਬਖਸ਼ ਲਿਆ ਜੇ। ਨੀਕੀ ਬਾਤ ਮਿਲਹਿ ਇਸ ਕਾਲਾ। ਜੇ ਪਰਿਵਾਰ ਆ ਕਰਕੇ ਬੱਚੇ ਆ ਕਰਕੇ ਮਿਲਦੇ ਤਾਂ ਮਹਾਰਾਜ ਬਹੁਤ ਵਧੀਆ ਗੱਲ ਹੋਵੇਗੀ। ਬਿਨੈ ਮਾਨੀਏ ਮੇਰੀ ਦਇਆਲਾ। ਹੇ ਦਿਆਲੂ ਸਤਿਗੁਰੂ ਮਹਾਰਾਜ, ਇਹ ਮੇਰੀ ਬੇਨਤੀ ਆਪ ਜੀ ਮੰਨਣਾ ਕਰੋ। ਦੇਖ ਦੀਨ ਬੇਦੀ ਕੁਲ ਮੌਰੰ। ਬੇਦੀ ਕੁਲ ਮੌਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਸਤਿਕਾਰਯੋਗ ਆਪਣੇ ਧਰਮ ਸੁਪਤਨੀ ਮਾਤ ਸੁਲੱਖਣੀ ਜੀ ਦਾ ਇਹ ਪਾਵਨ ਬਚਨ ਸੁਣਿਆ, ਉਹਨਾਂ ਦੀ ਦੀਨਤਾ ਵੇਖੀ ਹੈ। ਆਇਸ ਦੇ ਸਿੱਖ ਪਠਿਓ ਬਹੋਰੰ। ਤੁਰੰਤ ਮਹਾਰਾਜ ਜੀ ਨੇ ਫਿਰ ਆਗਿਆ ਦਿੱਤੀ ਹੈ, ਸਿੱਖ ਨੂੰ ਕਿਹਾ ਕਿ ਜਾ ਭਾਈ ਸਿੱਖਾ। ਕਹਿਓ ਜਾਏ ਕੇ ਤਿੰਦਵੇ ਆਗੇ। ਜਾ ਕਰਕੇ ਉਹਨਾਂ ਦੋਆਂ ਨੂੰ, ਸਾਡੇ ਸਪੁੱਤਰਾਂ ਨੂੰ ਕਹਿ ਕਰਕੇ ਸਾਡੇ ਕੋਲ ਸਦਨਾ ਕਰ, ਬੁਲਾਉਣਾ ਕਰ। ਨਿਸ਼ਚੇ ਗੁਰੂ ਸਮਾਵਨ ਲਾਗੇ। ਮਾਤ ਜੀ ਨੇ ਕਿਹਾ ਫਿਰ ਕਿ ਸਿੱਖਾ ਜਾ ਕਰਕੇ ਐਤਕੀ ਮੇਰੇ ਵੱਲੋਂ ਵੀ ਉਹਨਾਂ ਨੂੰ ਬੇਨਤੀ ਕਰਨਾ ਕਰ। ਉਹਨਾਂ ਨੂੰ ਦੱਸ ਕੇ ਮਹਾਰਾਜ ਜੀ ਨੇ ਵੀ ਕਿਹਾ ਤੇ ਤੁਹਾਡੀ ਮਾਤਾ ਮਾਤ ਸੁਲੱਖਣੀ ਨੇ ਵੀ ਇਹ ਬਚਨ ਕੀਤਾ ਕਿ ਅੱਜ ਨਿਸ਼ਚੈ ਹੀ ਸਤਿਗੁਰੂ ਮਹਾਰਾਜ ਜੀ ਨੇ ਸਮਾਵਣਾ ਕਰਨਾ ਹੈ। ਮਾਤਾ ਬਿਨਤੀ ਕੀਨ ਘਨੇਰੀ। ਮਾਤ ਤੁਹਾਡੀ ਸਤਿਕਾਰਯੋਗ ਮਾਤਾ ਭਾਵ ਕਿ ਮੈਂ ਬਾਰ-ਬਾਰ ਤੁਹਾਨੂੰ ਬੇਨਤੀ ਕਰਦੀ ਹਾਂ, ਇੱਕ ਵਾਰੀ ਆਓ ਸਤਿਗੁਰਾਂ ਨੂੰ ਮਿਲ ਕੇ ਜਾਓ, ਦਰਸ਼ਨ ਕਰ ਲਿਓ। ਮੁਝ ਤੁਮ ਪਾਸ ਪਠਾਇਓ ਫੇਰੀ। ਨਾਲ ਉਹਨਾਂ ਨੂੰ ਇਹ ਵੀ ਦੱਸਿਓ
ਕਿ ਮੈਨੇ ਭੇਜਣਾ ਕੀਤਾ, ਤੁਹਾਡੀ ਮਾਤਾ ਨੇ ਭੇਜਿਆ ਕਰਕੇ। ਰੰਚਕ ਔਰ ਬਿਲੰਬ ਨ ਕੋਈ। ਹੁਣ ਕੋਈ ਦੇਰੀ ਨਹੀਂ ਹੈ। ਸਤਿਗੁਰੂ ਮਹਾਰਾਜ ਨੇ ਵੀ ਪੂਰਾ ਕਮਰ ਕੱਸਾ ਕਰ ਲਿਆ, ਹੁਣ ਚਲਾਣਾ ਹੀ ਕਰਨਾ ਮਹਾਰਾਜ ਜੀ ਨੇ। ਇਸ ਕਰਕੇ ਤੁਸੀਂ ਵੀ ਦੇਰੀ ਨਾ ਲਾਓ। ਇਹ ਨਾ ਹੋਵੇ ਕਿ ਤੁਸੀਂ ਕਹੋ ਕਿ ਨਹੀਂ ਜੀ ਮੈਨੂੰ ਫਲਾਣਾ ਕੰਮ ਹੈ, ਉਹ ਕੰਮ ਕਰਕੇ ਆਵਾਂ, ਫਿਰ ਦੇਰੀ ਹੋ ਜਾਵੇਗੀ। ਇਸ ਕਰਕੇ ਤੁਰੰਤ ਜੋ ਵੀ ਕੰਮ ਕਰ ਰਹੇ ਸਾਰਿਆਂ ਨੂੰ ਛੱਡ ਕਰਕੇ ਮਹਾਰਾਜ ਜੀ ਦੇ ਕੋਲ ਪਹੁੰਚ ਜਾਇਓ। ਚਾਹਉ ਤਾਂ ਮਿਲਾਉ ਭਲੇ ਬਿਦ ਹੋਈ। ਜੇ ਤੁਸੀਂ ਚਾਹੁੰਦੇ ਤਾਂ ਆਓ, ਮੈਂ ਤੁਹਾਨੂੰ ਦੱਸਦੀ ਹਾਂ, ਆ ਕਰਕੇ ਮਿਲਣਾ ਕਰੋ। ਇਹ ਬਹੁਤ ਵਧੀਆ ਗੱਲ ਹੋ ਜਾਵੇਗੀ, ਇਹਦੇ ਨਾਲ ਤੁਹਾਡਾ ਉਧਾਰ ਹੋ ਜਾਵੇਗਾ। ਸ੍ਰੀ ਚੰਦ ਪੁਨ ਲਖਮੀ ਦਾਸਾ। ਇਹ ਬਚਨ ਸੁਣ ਕਰਕੇ ਸੇਵਕ ਜਿਹੜਾ ਜਿੱਥੇ ਬਾਬਾ ਸ਼੍ਰੀ ਚੰਦ ਬਾਬਾ ਲਖਮੀ ਦਾਸ ਜੀ ਸਨ, ਮਾਤ ਬਾਤ ਸੁਨ ਪਏ ਉਦਾਸਾ। ਜਾ ਕਰਕੇ ਸੇਵਕ ਨੇ ਜਦੋਂ ਇਹ ਸਾਰੀ ਗੱਲ ਹੂਬਹੂ ਦੱਸ ਦਿੱਤੀ ਹੈ, ਇਹ ਗੱਲ ਸੁਣ ਕਰਕੇ ਉਹ ਕੰਬ ਗਏ, ਬਹੁਤ ਉਦਾਸ ਹੋ ਗਏ। ਹੁਣ ਉਹਨਾਂ ਨੂੰ ਲੱਗਿਆ ਕਿ ਸੱਚਮੁੱਚ ਸਤਿਗੁਰੂ ਮਹਾਰਾਜ ਜੀ ਨੇ ਹੁਣ ਪਿਆਨਾ ਕਰਨਾ ਹੈ, ਕਿਉਂਕਿ ਇਹ ਕਿਉਂ ਪਿਆਰਿਓ ਇਸ ਚੀਜ਼ ਤੋਂ ਅਣਜਾਣ ਸਨ। ਮਹਾਰਾਜ ਜੀ ਨੇ ਇੰਨੇ ਕੌਤਕ ਜੋ ਕਰਨੇ ਕੀਤੇ, ਕਦੇ ਸਤਿਗੁਰੂ ਮਹਾਰਾਜ ਧਾਨਖ ਦਾ ਰੂਪ ਧਾਰਨ ਕਰ ਲੈਂਦੇ, ਕਦੇ ਸਿੱਖਾਂ ਨੂੰ ਮਹਾਰਾਜ, ਤੇ ਜਦੋਂ ਖੇਤੀ ਪੱਕ ਗਈ ਫਿਰ ਮਹਾਰਾਜ ਜੀ ਨੇ ਕਿਹਾ ਕੱਟ ਦਿਓ, ਦਾਣੇ ਨਹੀਂ ਕੱਟਣੇ, ਤੇ ਇਹਨੂੰ ਚੰਗੀ ਤਰ੍ਹਾਂ ਪੂਰੀ ਜਿਹੜੀ ਆ ਪੱਕੀ ਪਕਾਈ ਖੇਤੀ ਨੂੰ ਸਾੜ ਦਿਓ। ਇਸ ਤਰ੍ਹਾਂ ਬੇਅੰਤ ਮਹਾਰਾਜ ਜੀ ਨੇ ਕੌਤਕ ਕਰਨੇ ਕੀਤੇ। ਇਹਨਾਂ ਨੂੰ ਲੱਗਿਆ ਕਿ ਮਹਾਰਾਜ ਜੀ ਕੋਈ ਛਲਬਲ ਜਾਂ ਇਸ ਤਰ੍ਹਾਂ ਹੀ ਕਰ ਰਹੇ ਹਨ, ਕੌਤਕ ਕਰ ਰਹੇ, ਇਹਦੇ ਵਿੱਚ ਵੀ ਕੋਈ ਸੱਚਾਈ ਨਹੀਂ ਹੋਵੇਗੀ। ਐਵੇਂ ਸਿੱਖਾਂ ਨੂੰ ਕਹਿ ਦਿੱਤਾ ਕਿ ਭਾਈ ਅਸਾਂ ਨੇ ਸਮਾਉਣਾ ਕਰਨਾ, ਲੱਗਦਾ ਮਹਾਰਾਜ ਜੀ ਨੇ ਸਮਾਉਣਾ ਨਹੀਂ ਕਰਨਾ। ਇਹ ਭੁਲੇਖੇ ਦੇ ਵਿੱਚ ਰਹਿ ਗਏ। ਲੇਕਿਨ ਐਤਕੀ ਹੁਣ ਮਾਤ ਜੀ ਨੇ ਜਦੋਂ ਬਚਨ ਕੀਤਾ, ਬੇਨਤੀ ਕੀਤੀ, ਤੇ ਇੱਕਦਮ ਪਿਆਰਿਓ ਉਹ ਠਰ ਗਏ। ਇੱਕਦਮ ਉਹਨਾਂ ਨੂੰ ਲੱਗਿਆ ਹੁਣ ਇਹ ਬਚਨ ਝੂਠਾ ਨਹੀਂ ਹੋ ਸਕਦਾ। ਤਤ ਛਿਨ ਉਠੇ ਤਜੇ ਅਨਮਤਾ। ਦੂਜੀ ਸਲਾਹ ਛੱਡ ਕਰਕੇ ਹੁਣ ਐਤਕੀ ਕੋਈ ਵਿਚਾਰ ਨਹੀਂ ਕੀਤੀ ਹੈ, ਕਿਉਂਕਿ ਐਤਕੀ ਸੰਦੇਸ਼ਾ ਜਿਹੜਾ ਮਾਤ ਜੀ ਵੱਲੋਂ ਆਇਆ, ਤੁਰੰਤ ਉਸੇ ਵੇਲੇ ਉੱਠ ਕਰਕੇ ਕਹਿਓ ਸਮਾਏ ਨਾ ਸਾਚੇ ਪਿਤਾ। ਤੇ ਕਹਿਓ ਸਮਾਏ ਨਾ ਸਾਚੇ ਪਿਤਾ। ਸੇਵਕ ਨੂੰ ਪੁੱਛਦੇ ਕਿ ਭਾਈ ਸੇਵਕਾ ਦੱਸ, ਹੁਣ ਤੱਕ ਤਾਂ ਪਿਤਾ ਜੀ ਸਮਾਉਣਾ ਨਹੀਂ ਕੀਤਾ ਨਾ। ਗਮ ਨੇ ਮਿਲਨ ਭਈ ਇਤ ਐਸੇ। ਉਹਨਾਂ ਦੇ ਮਨ ਵਿੱਚ ਆਇਆ। ਫਿਰ ਸਿੱਖ ਨੇ ਜਦੋਂ ਕਿਹਾ ਨਹੀਂ ਭਾਈ, ਮਹਾਰਾਜ ਜੀ ਨੇ ਕਮਰ ਕੱਸਾ ਤਾਂ ਪੂਰਾ ਕੱਸ ਲਿਆ, ਪੂਰੀ ਤਿਆਰੀ ਹੋ ਗਈ ਹੈ, ਕਹਿ ਨਹੀਂ ਸਕਦੇ ਕਦੋਂ ਵੀ ਸਤਿਗੁਰੂ ਮਹਾਰਾਜ ਇਹ ਪੰਜ ਭੂਤਕ ਸਰੀਰ ਦਾ ਤਿਆਗ ਕਰ ਸਕਦੇ ਹਨ। ਤੇ ਸੁਣ ਕਰਕੇ ਤੁਰੰਤ ਪਿਆਰਿਓ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਇਹ ਦੌੜ ਕਰਕੇ ਭੱਜ ਕਰਕੇ ਪੈ ਗਏ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ। ਇਹ ਤਾਂ ਉਹਨਾਂ ਦੀ ਗੱਲ ਹੈ। ਹੁਣ ਗੁਰੂ ਘਰ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਵੱਲ ਧਿਆਨ ਆਕਰਸ਼ਿਤ ਕਰਦੇ ਹਨ। ਕਵੀ ਰਾਜ ਜੀ ਕਹਿੰਦੇ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਜੋ ਘਟਨਾ ਹੋਈ ਹੈ ਉਹ ਆਪ ਜੀ ਸਰਵਣ ਕਰਨਾ ਕਰੋ। ਉਤ ਕੀ ਸੁਨਹੁ ਕੀਨ ਗੁਰ ਜੈਸੇ। ਸਤਿਗੁਰੂ ਮਹਾਰਾਜ ਜੀ ਨੇ ਜੋ ਕੌਤਕ ਕਰਨਾ ਕੀਤਾ ਉਹਦੇ ਬਾਬਤ ਆਪ ਜੀ ਸਰਵਣ ਕਰਨਾ ਕਰੋ। ਅੰਬਰ ਪਾਏ ਬਦਨ ਪਰ ਤਬ ਹੀ। ਸਤਿਗੁਰੂ ਮਹਾਰਾਜ ਜੀ ਨੇ ਕੀ ਕਰਨਾ ਕੀਤਾ, ਦੱਬ ਜਿੱਥੇ ਵਿਛਾਈ ਹੋਈ ਹੈ ਉਹਦੇ ਉੱਤੇ ਚਿੱਟਾ ਬਸਤਰ ਵਿਛਾਇਆ ਹੋਇਆ, ਉਹਦੇ ਉੱਤੇ ਸਤਿਗੁਰੂ ਮਹਾਰਾਜ ਜੀ ਲੇਟ ਗਏ। ਲੇਟ ਕਰਕੇ ਮਹਾਰਾਜ ਜੀ ਨੇ ਚਿੱਟਾ ਚਾਦਰਾ ਜਿਹੜਾ ਬਸਤਰ ਜਿਹੜਾ ਹੈ ਆਪਣੇ ਚਰਨਾਂ ਤੋਂ ਲੈ ਕਰਕੇ ਸਿਰ ਤੱਕ ਮਹਾਰਾਜ ਜੀ ਨੇ ਪੂਰਾ ਢੱਕ ਲਿਆ। ਪੌੜ ਗਏ ਦੇਖੈ ਨਰ ਸਭ ਹੀ। ਵੇਖਦੇ ਵੇਖਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਵਿਰਾਜਮਾਨ ਹੋ ਗਏ। ਸਾਰੇ ਲੋਕ ਪਿਆਰਿਓ ਇਹ ਕੌਤਕ ਜਿਹੜਾ ਹੈ, ਇਹ ਜੋ ਸਤਿਗੁਰੂ ਮਹਾਰਾਜ ਜੀ ਨੇ ਲੀਲਾ ਵਰਤਾਈ, ਇਹਨੂੰ ਤੱਕ ਰਹੇ ਹਨ। ਇਹਨੂੰ ਤਾਂ ਹੀ ਆਪਾਂ ਕਹਿ ਸਕਦੇ ਨਾ ਇਹ ਸਤਿਗੁਰੂ ਮਹਾਰਾਜ ਜੀ ਦੇ ਚੋਜ ਹਨ। ਇਹ ਸਤਿਗੁਰੂ ਮਹਾਰਾਜ ਜੀ ਦੀ ਲੀਲਾ ਹੈ ਪਿਆਰਿਓ। ਮੇਰੇ ਸਤਿਗੁਰ ਆਪਣੇ ਬਾਲਕ ਰਾਖੋ ਲੀਲਾ ਧਾਰ। ਸਤਿਗੁਰੂ ਮਹਾਰਾਜ ਲੀਲਾ ਧਾਰ ਹਨ। ਇਹੀ ਤਾਂ ਉਹਨਾਂ ਦੀ ਵਿਲੱਖਣਤਾ ਹੈ। ਇਹੀ ਤਾਂ ਪਿਆਰਿਓ ਆਪਾਂ ਕਹਿੰਦੇ ਨਾ ਕਰਾਮਾਤ, ਕਰਾਮਾਤ ਦੇਖਣਾ। ਇਸ ਤੋਂ ਵੱਡੀ ਪਿਆਰਿਓ ਕੀ ਕਰਾਮਾਤ ਹੋ ਸਕਦੀ ਹੈ? ਕੋਈ ਇਸ ਤਰ੍ਹਾਂ ਕਰ ਸਕਦਾ? ਜਦੋਂ ਮੌਤ ਆ ਜਾਵੇ ਬੰਦਾ ਕਿੰਨਾ ਡਰਦਾ, ਕਿੰਨਾ ਜ਼ਿਆਦਾ ਘਬਰਾਉਂਦਾ। ਉਹਨੂੰ ਹਾਲੇ ਪਤਾ ਨਹੀਂ ਹੁੰਦਾ ਕਿ ਮੌਤ ਆਉਣ ਵਾਲੀ ਹੈ। ਕਈ ਵਾਰੀ ਡਾਕਟਰ ਜੇ ਕਹਿ ਵੀ ਦਿੰਦੇ ਹਨ ਕਿ ਇਹਦਾ ਭਰੋਸਾ ਨਹੀਂ ਹੈ,
ਤੇ ਉਹ ਉਂਝੀ ਪਿਆਰਿਓ ਡਰ ਜਾਂਦਾ ਹੈ, ਉਂਝੀ ਉਹਦਾ ਦਮ ਨਿਕਲ ਜਾਂਦਾ। ਇੱਕ ਬੜੀ ਪਿਆਰੀ ਕਥਾ ਆਉਂਦੀ, ਕਹਿੰਦੇ ਇੱਕ ਮਹਾਂਪੁਰਖ ਨਗਰ ਦੇ ਬਾਹਰ ਬੈਠੇ ਹੋਏ ਸਨ ਤੇ ਕਹਿੰਦੇ ਇੱਕ ਬਹੁਤ ਵੱਡੀ ਮਹਾਮਾਰੀ ਨੇ ਆਪਣਾ ਰੂਪ ਧਾਰਨ ਕਰਕੇ, ਵਿਕਰਾਲ ਰੂਪ ਧਾਰਨ ਕਰਕੇ ਉਹ ਨਗਰ ਦੇ ਵਿੱਚ ਪ੍ਰਵੇਸ਼ ਕਰ ਰਹੀ ਸੀ ਤੇ ਮਹਾਂਪੁਰਖਾਂ ਦੀ ਅੱਖ ਪੈ ਗਈ ਹੈ ਇਹ ਸਮਝਣ ਵਾਸਤੇ। ਤੇ ਮਹਾਂਪੁਰਖਾਂ ਨੇ ਜਦੋਂ ਵੇਖਿਆ, ਉਹ ਮਹਾਮਾਰੀ ਨੂੰ ਕਿਹਾ ਭਈ ਤੂੰ ਕੌਣ ਹੈ? ਉਹ ਕਹਿਣ ਲੱਗੀ ਜੀ ਮੈਂ ਮਹਾਮਾਰੀ ਆ, ਮੈਨੂੰ ਯਮ ਨੇ ਭੇਜਣਾ ਕੀਤਾ ਤੇ ਮੈਂ ਇਹ ਸ਼ਹਿਰ ਦੇ ਵਿੱਚ ਆ ਕਰਕੇ ਮੈਨੇ 500 ਬੰਦਾ ਮਾਰ ਕੇ ਲੈ ਕੇ ਜਾਣਾ। ਉਹ ਕਹਿਣ ਲੱਗੇ ਕੋਈ ਗੱਲ ਨਹੀਂ ਹੈ, ਚੱਲ ਜਾ। ਤੇ ਉਹ ਮਹਾਮਾਰੀ ਆਈ ਸ਼ਹਿਰ ਦੇ ਵਿੱਚ, ਉਹਨੇ ਬੜਾ ਪਿਆਰਿਓ ਹੁੜਦੰਗ ਮਚਾ ਦਿੱਤਾ, ਬੜੇ ਲੋਕ ਮਾਰੇ ਗਏ ਤੇ ਸਾਰਿਆਂ ਨੂੰ ਮਾਰ ਕੁੱਟ ਕਰਕੇ ਖਤਮ ਕਰਕੇ ਵਾਪਸ ਜਦੋਂ ਜਾ ਰਹੀ ਸੀ, ਮਹਾਂਪੁਰਖ ਨਗਰ ਦੇ ਬਾਹਰ ਬੈਠੇ ਹੋਏ ਜਦੋਂ ਜਾਣ ਲੱਗਿਆ, ਮਹਾਮਾਰੀ ਨੂੰ ਬੁਲਾਇਆ ਕਿ ਆ ਕੇ ਤੂੰ ਕਿੰਨਾ ਝੂਠ ਬੋਲਦੀ ਹੈ। ਮਹਾਮਾਰੀ ਨੇ ਕਿਹਾ ਮਹਾਂਪੁਰਖੋ ਮੈਂ ਤਾਂ 500 ਨੂੰ ਹੀ ਮਾਰਨਾ ਕੀਤਾ, ਬਾਕੀ 4500 ਉਹ ਡਰ ਕੇ ਹੀ ਮਰ ਗਏ। ਕੋਈ ਇਸ ਤਰ੍ਹਾਂ ਦੀ ਮਹਾਮਾਰੀ ਆਉਂਦੀ ਹੈ ਜਾਂ ਕੋਈ ਬਿਮਾਰੀ ਲੱਗ ਜਾਵੇ, ਤਕਰੀਬਨ ਜ਼ਿਆਦਾਤਰ ਤਾਂ ਪਿਆਰਿਓ ਬੰਦੇ ਜਿਹੜੇ ਹਨ ਡਰ ਕਰਕੇ ਹੀ ਮਰ ਜਾਂਦੇ, ਹੌਸਲਾ ਉਹਨਾਂ ਦਾ ਟੁੱਟ ਜਾਂਦਾ। ਉਹਨਾਂ ਨੂੰ ਜਦੋਂ ਪਤਾ ਲੱਗ ਜਾਂਦਾ ਹਾਂ ਭਾਈ ਕੁਝ ਹੋਣ ਵਾਲਾ ਹੈ। ਆ ਜਿਹੜੀ ਮਹਾਮਾਰੀ ਵੀ ਚੱਲ ਰਹੀ ਨਾ, ਸਿਆਣੇ ਇਹੀ ਕਹਿੰਦੇ ਹਨ ਕਿ ਬੰਦੇ ਨੂੰ ਨਾ ਡਰਾਓ, ਕਿਉਂਕਿ ਇਹੋ ਜਿਹਾ ਉਹਨੂੰ ਵੱਖਰਾ ਕਰਕੇ ਰੱਖ ਦਿਓ, ਦੂਰ ਕਰ ਦਿਓ, ਉਹ ਇੰਨਾ ਡਰ ਜਾਂਦਾ, ਕਈ ਵਾਰੀ ਡਰ ਕੇ ਹੀ ਉਹਦਾ ਦਮ ਨਿਕਲ ਜਾਂਦਾ। ਆਪਾਂ ਵੇਖਦੇ ਹਾਂ ਕਿ ਬੰਦਾ ਤਾਂ ਭਈ ਚੰਗਾ ਭਲਾ ਸੀ ਤੇ ਪਤਾ ਨਹੀਂ ਕੀ ਹੋ ਗਿਆ, ਕਹਿੰਦੇ ਜੀ ਆ ਮਹਾਮਾਰੀ ਆ ਕਰੋਨਾ ਲੱਗ ਗਿਆ ਲੇਕਿਨ ਉਹ ਤਾਂ ਮਰ ਗਿਆ ਕਰਕੇ। ਕਈ ਵਾਰੀ ਇਹ ਵੀ ਆਪਾਂ ਤੱਕਦੇ ਹਾਂ, ਕਈ ਪਿਆਰਿਓ ਬਹੁਤ ਬਿਮਾਰ ਹੋ ਜਾਂਦੇ ਤੇ ਉਹਨਾਂ ਨੂੰ ਡਾਕਟਰ ਵੀ ਜਵਾਬ ਦੇ ਦਿੰਦੇ ਕਿ ਭਾਈ ਇਹਦਾ ਬਚਣਾ ਮੁਸ਼ਕਿਲ ਹੈ, ਲੇਕਿਨ ਜਿਨ੍ਹਾਂ ਦੇ ਅੰਦਰ ਹੌਸਲਾ ਹੁੰਦਾ ਉਹ ਫਿਰ ਬਿਮਾਰੀ ਤੋਂ ਬਾਹਰ 100 ਸਾਲ ਤੋਂ। ਤੇ ਸਭ ਤੋਂ ਪਹਿਲੇ ਕਹਿੰਦੇ ਚਾਈਨਾ ਦੇ ਵਿੱਚ ਜਿਹਨੂੰ ਇਹ ਇੱਕ ਔਰਤ, ਬੁੱਢੜੀ ਔਰਤ ਨੂੰ ਇਹ ਮਹਾਮਾਰੀ ਲੱਗੀ ਸੀ ਆ ਕਰੋਨਾ, 105 ਜਾਂ 7 ਸਾਲ ਦੀ ਉਹਦੀ ਆਰ ਬਲਾ ਹੈ ਤੇ ਸਭ ਤੋਂ ਪਹਿਲੇ ਬਿਮਾਰੀ ਨੇ ਉਹਨੂੰ ਜਕੜਨਾ ਕੀਤਾ, ਉਹਦਾ ਇਲਾਜ ਹੋਇਆ। ਚੰਗੀ ਪਿਆਰਿਓ ਅੰਦਰ ਕਰਕੇ ਬੜੀ ਤਗੜੀ ਸੀ ਉਹ, ਭਾਵ ਕੇ ਹੌਸਲਾ ਬੜਾ ਬੁਲੰਦ ਸੀ। ਮਹੀਨਾ ਭਰ ਉਹ ਦਵਾਖਾਨੇ ਵਿੱਚ ਰਹੀ, ਫਿਰ ਬਾਅਦ ਦੇ ਵਿੱਚ ਮਹਾਮਾਰੀ ਨੂੰ ਮਾਰ ਕਰਕੇ ਹਰਾ ਕਰਕੇ ਆ ਗਈ। ਕਹਿਣ ਦਾ ਭਾਵ ਹੈ ਕਿ ਮੌਤ ਤੋਂ ਬੰਦਾ ਇੰਨਾ ਡਰ ਜਾਂਦਾ। ਕਈ ਵਾਰੀ ਕਹਿ ਹੀ ਦਿਓ ਕਿ ਭਾਈ ਬਹੁਤ ਭਾਈ ਤੂੰ ਬਿਮਾਰ ਹੈ, ਕਹਿ ਨਹੀਂ ਸਕਦੇ, ਬੰਦਾ ਡਰ ਜਾਂਦਾ। ਲੇਕਿਨ ਇਹ ਸਤਿਗੁਰੂ ਮਹਾਰਾਜ ਜੀ ਦੇ ਕੌਤਕ ਹਨ। ਮਹਾਰਾਜ ਜੀ ਨੇ ਕਿਹਾ 7ਵੀਂ ਵਾਲੇ ਦਿਨ ਜਦੋਂ ਪਰਿਵਾਰ ਨੇ, ਮਾਤ ਜੀਆਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਹੈ, ਆਪਾਂ 10ਵੀਂ ਵਾਲੇ ਦਿਨ ਚੱਲ ਜਾਂਦੇ। ਹੁਣ ਅੱਗੇ ਪਿਆਰਿਓ ਔਰ ਕੌਤਕ ਆਉਣ ਵਾਲੇ ਹਨ। ਇਸ ਤਰ੍ਹਾਂ ਜੇ ਆਪਾਂ ਕੌਤਕ ਵੇਖਣਾ ਚਾਹੁੰਦੇ ਹਾਂ, ਜਿਹਨੂੰ ਆਪਾਂ ਲੀਲਾ ਕਰਾਮਾਤ ਬੋਲਦੇ, ਇਸ ਤੋਂ ਵੱਡੀ ਕੀ ਕਰਾਮਾਤ ਹੋ ਸਕਦੀ ਹੈ। ਆਪ ਸਤਿਗੁਰੂ ਮਹਾਰਾਜ ਜੀ ਨੇ ਪੂਰਾ ਤਿਆਰਾ ਕਰਾਉਣਾ ਕੀਤਾ। ਕਦੇ ਕੋਈ ਬੰਦੇ ਨੇ ਤਿਆਰਾ ਕਰਾਇਆ, ਕਦੇ ਕਿਹਨੇ ਕਿਹਾ ਕਿ ਭਾਈ ਫਲਾਣੇ ਦਿਨ ਆਮ ਕੇ ਦਿਨ ਮੈਨੇ ਚਲਾਣਾ ਕਰ ਜਾਣਾ। ਨਹੀਂ ਪਿਆਰਿਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆਗਮ ਨਿਗਮ ਦੀ ਸੋਝੀ ਹੈ। ਆਪ ਕਹਿ ਕਰਕੇ ਪ੍ਰਬੰਧ ਕਰਾਇਆ, ਆਪ ਜਾ ਕਰਕੇ ਤਨ ਦਾ ਤਿਆਗ ਕਰਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਲੰਬੇ ਪੈ ਗਏ, ਉਤੋਂ ਚਾਦਰਾ ਲੈ ਲਿਆ। ਗੇ ਸਮਾਏ ਤਨ ਰਹੇ ਨ ਪ੍ਰਾਨਾ। ਇਸ ਤਰ੍ਹਾਂ ਹੀ ਕਰਕੇ ਸਤਿਗੁਰੂ ਮਹਾਰਾਜ ਜਦੋਂ ਚਾਦਰਾ ਕੱਜ ਲਿਆ ਤੇ ਉਸ ਵੇਲੇ ਸਤਿਗੁਰੂ ਮਹਾਰਾਜ ਸਮਾ ਗਏ। 5 ਤੱਤਾਂ ਦੇ ਵਿੱਚ ਮਹਾਰਾਜ ਜੀ ਦਾ ਸਰੀਰ ਤੱਤ ਵਿਲੀਨ ਹੋ ਗਿਆ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਜੋਤ ਪਰਮ ਜੋਤ ਨਾਲ ਮਿਲ ਗਈ। ਭਾ ਕਹਾਏ ਕੋ ਸ਼ਬਦ ਮਹਾਨਾ। ਜਦੋਂ ਫਿਰ ਸਤਿਗੁਰੂ ਮਹਾਰਾਜ ਲੰਬੇ ਪੈ ਗਏ, ਕੋਈ ਹਲਚਲ ਨਹੀਂ ਹੋਈ ਹੈ। ਨਾਲ ਜਿਹੜੇ ਲੋਕ ਸਨ ਉਹਨਾਂ ਨੇ ਵੇਖਿਆ ਕਿ ਲੱਗਦਾ ਕੁਛ ਭਾਣਾ ਵਰਤ ਗਿਆ ਹੋਵੇਗਾ। ਵੈਦ ਆਦਿਕ ਜਿਹੜੇ ਸਨ ਉਹ ਆ ਗਏ, ਉਹਨਾਂ ਨੇ ਮਹਾਰਾਜ ਜੀ ਦੀ ਨਬਜ਼ ਟਟੋਲ ਕਰਕੇ ਵੇਖਣਾ ਕੀਤਾ। ਜਦੋਂ ਹਰਕਤ ਬੰਦ ਹੋ ਗਈ ਹੈ, ਸਰੀਰ ਸ਼ਾਂਤ ਠੰਡਾ ਹੋ ਗਿਆ, ਨਾੜੀਆਂ ਚੱਲਣ ਤੋਂ ਬੰਦ ਹੋ ਗਈਆਂ, ਉਹਨਾਂ ਨੇ ਵੀ ਕਹਿ ਦਿੱਤਾ ਕਿ ਸਤਿਗੁਰੂ ਮਹਾਰਾਜ ਸਮਾਉਣਾ ਕਰ ਗਏ।
ਤੁਰੰਤ ਪਿਆਰਿਓ ਇੱਕਦਮ ਹੌਲ ਮਚ ਗਿਆ। ਸਾਰਿਆਂ ਨੇ ਬੜਾ ਵਿਰਾਗ ਕੀਤਾ। ਕਰਹੀ ਲੋਕ ਬਿਲਾਪ ਕਲਾਪ, ਲੋਕਾਂ ਨੇ ਬਹੁਤ ਜ਼ਿਆਦਾ ਵਿਰਲਾਪ ਕਰਨਾ ਕੀਤਾ ਹੈ, ਵਿਰਾਗ ਕਰਨਾ ਕੀਤਾ। ਭਇਓ ਪ੍ਰਭੂ ਕੋ ਬਿਰਹ ਪ੍ਰਤਾਪ, ਕਿਉਂਕਿ ਇਹ ਸਤਿਗੁਰੂ ਮਹਾਰਾਜ ਜੀ ਦਾ ਵਿਛੋੜਾ ਹੈ। ਸਦੀਵ ਕਾਲ ਵਾਸਤੇ ਸਤਿਗੁਰੂ ਮਹਾਰਾਜ ਤਨ ਕਰਕੇ ਵਿਛੋੜਾ ਦੇ ਗਏ ਹਨ। ਇਹੋ ਵਿਛੋੜਾ ਸਹਿਆ ਨਾ ਜਾਏ। ਤੇ ਪਿਆਰਿਓ, ਬੇਸ਼ੱਕ ਕਈ ਵਾਰੀ ਆਪਾਂ ਕਹਿ ਦਿੰਦੇ ਆ ਕਿ ਭਾਈ ਲੇਕਿਨ ਇਹ ਸਿੱਖਾਂ ਦਾ ਪ੍ਰੇਮ ਹੈ ਨਾ। ਆਪਾਂ ਤਨ ਨੂੰ ਕਈ ਵਾਰੀ ਇੰਨਾ ਨਿਖੇਧ ਕਰ ਦਿੰਦੇ ਆ, ਲੇਕਿਨ ਤਨ ਹੋ ਗਿਆ, ਆਤਮਾ ਹੋ ਗਈ ਹੈ ਤਾਂ ਪਿਆਰਿਓ ਇੱਕੋ ਚੀਜ਼ਾਂ ਹਨ। ਆਪਾਂ ਤਨ ਨੂੰ ਆਤਮਾ ਤੋਂ ਵੱਖਰੀ ਕਰਕੇ ਜਾਂ ਆਤਮਾ ਨੂੰ ਤਨ ਤੋਂ ਵੱਖਰੀ ਕਰਕੇ ਨਹੀਂ ਵੇਖ ਸਕਦੇ ਆ। ਉਹ ਤਨ ਵੀ ਤਨ ਦਾ ਵੀ ਵਿਛੋੜਾ ਜਿਹੜਾ ਪਿਆਰਿਓ ਸਿੱਖਾਂ ਤੋਂ ਕਿਸ ਤਰ੍ਹਾਂ ਬਰਦਾਸ਼ਤ ਹੋ ਸਕਦਾ। ਬੇਸ਼ੱਕ ਗਿਆਨ ਦੀਆਂ ਗੱਲਾਂ ਤਾਂ ਆਪਾਂ ਕਰ ਜਾਂਦੇ ਹਾਂ, ਲੇਕਿਨ ਪ੍ਰੇਮ ਦੇ ਵਿੱਚ ਪਿਆਰਿਓ, ਤੇ ਜਦੋਂ ਪ੍ਰੇਮ ਆ ਜਾਵੇ ਉਸ ਵੇਲੇ ਸਾਰੇ ਨੇਮ ਨੂੰ ਉਹ ਕੱਟ ਜਾਂਦਾ ਹੈ। ਮਨ ਦੇ ਵਿੱਚ ਵਿਰਾਗ ਉਛਲ ਕੇ ਆਇਆ। ਨਰਨ ਬਿਖੈ ਪਾ ਰੁਦਨ ਘਨੇਰਾ, ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੁਦਨ ਹੋ ਰਿਹਾ ਹੈ। ਸੁਰਨ ਮਝਾਰ ਆਨੰਦ ਬਧੇਰਾ, ਲੇਕਿਨ ਦੇਵ ਲੋਕ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਦੇ ਮਨ ਵਿੱਚ ਉਤਸ਼ਾਹ ਹੋ ਰਿਹਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ ਨਾ, ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਜਦੋਂ ਸ਼ਹਾਦਤ ਦਿੱਤੀ ਹੈ, ਹਿੰਦ ਦੀ ਇੱਜ਼ਤ ਆਬਰੂ ਨੂੰ ਜਦੋਂ ਢਕਣਾ ਕੀਤਾ ਆਪਣੇ ਤਨ ਦੇ ਨਾਲ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ, ਸਾਰੇ ਜਗਤ ਦੇ ਵਿੱਚ ਤਾਂ ਸ਼ੋਕ ਪੈ ਗਿਆ। ਹੈ ਸਭ ਜਗ ਭਇਓ, ਸਾਰੇ ਜਗਤ ਦੇ ਵਿੱਚ ਪਿਆਰਿਓ ਹਾਹਾਕਾਰ ਮਚ ਗਈ ਹੈ। ਤਰਾਹੀ ਮਾਮ ਮਚ ਗਈ। ਲੇਕਿਨ ਦੇਵ ਲੋਕ ਦੇ ਵਿੱਚ ਜੈ 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 ਸੁਰ ਲੋਕ ਦੇ ਵਿੱਚ, ਦੇਵ ਲੋਕ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਜੈ ਜੈਕਾਰ ਦੇ ਡੰਕੇ ਵੱਜ ਰਹੇ ਸਨ। ਅਤ ਉਤਸਵ ਕੇ ਗੀਤ ਗਾਵੇ, ਉਹਨਾਂ ਦੇਵਤਿਆਂ ਨੇ ਮਹਾਰਾਜ ਜੀ ਦੀ, ਕਿਉਂਕਿ ਮਾਤ ਲੋਕ ਦੀ ਯਾਤਰਾ ਪੂਰੀ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਹੁਣ ਦੇਵ ਲੋਕ ਦੇ ਵਿੱਚ ਜਾਣਾ ਹੈ। ਉੱਥੇ ਫਿਰ ਉਹਨਾਂ ਨੇ ਬੜਾ ਉਤਸਵ ਕੀਤਾ। ਬਾਦਿਤ ਤਾਲ ਮਿਲਾਏ ਬਜਾਵੇ, ਉਹ ਤਾਲ ਨੂੰ ਮਿਲਾ ਕਰਕੇ ਵਜਾਉਂਦੇ ਹਨ। ਸਵਈਆ ਨੰਦੀ ਸੋ ਬ੍ਰਿਖਬ ਚੜ੍ਹੇ ਸ਼ਿਵਜੂ, ਤੇ ਹੁਣ ਕਵੀ ਰਾਜ ਜੀ ਪਿਆਰਿਓ, ਇਹ ਆਪਣੇ ਜੋ ਉਹਨਾਂ ਨੇ ਆਪਣੇ ਅਨੁਭਵ ਦੇ ਵਿੱਚ ਜੋ ਨਕਸ਼ਾ ਖਿੱਚਣਾ ਕੀਤਾ, ਕਹਿ ਤਾਂ ਕੋਈ ਨਹੀਂ ਸਕਦੇ ਕਿ ਭਾਈ ਕੀ ਭਾਣਾ ਵਰਤਿਆ, ਕਿਸ ਤਰ੍ਹਾਂ ਵਰਤਿਆ, ਲੇਕਿਨ ਫਿਰ ਵੀ ਇਹਨੂੰ ਜਸ ਦੇ ਤੌਰ ਤੇ ਲੈਣ ਵਾਸਤੇ ਸਤਿਗੁਰੂ ਮਹਾਰਾਜ ਜੀ ਦਾ ਜਸ ਕਰਦਿਆਂ ਕਵੀ ਰਾਜ ਜੀ ਕਹਿੰਦੇ ਹਨ ਕਿ ਨੰਦੀ ਉੱਤੇ ਚੜ ਕਰਕੇ ਸ਼ਿਵ ਜੀ ਭਗਵਾਨ ਆਪ ਆਏ। ਤਨ ਉਜਲ ਇੰਦਰ ਸ਼ਸ਼ੰਕ ਸੁਹਾਏ, ਜਿਨ੍ਹਾਂ ਦੇ ਤਨ ਦੇ ਉੱਤੇ, ਜਿਨ੍ਹਾਂ ਦੇ ਜੂੜੇ ਦੇ ਵਿੱਚ ਕਹਿੰਦੇ ਕਿ ਚੰਦਰਮਾ ਜਿਹੜਾ ਵਿਰਾਜਮਾਨ ਹੈ। ਬਿਆਲ ਕਰਾਲ ਅਲੰਕ੍ਰਿਤ ਹੈ, ਗਲੇ ਦੇ ਵਿੱਚ ਬਹੁਤ ਭਿਆਨਕ ਸੱਪ, ਜਿਹੜੇ ਜ਼ਹਿਰੀਲੇ ਫਨੀਅਰ ਨਾਗ ਜਿਹੜੇ ਹਨ ਗਲ ਦੇ ਵਿੱਚ ਲਪੇਟੇ ਹੋਏ ਹਨ। ਹਰ ਖਾਲ ਵਿਸਾਲ ਸੇ ਕੰਧਨ ਪਾਏ, ਤੇ ਹਰ ਖਾਲ, ਸ਼ੇਰ ਦੀ ਖਾਲ ਜਿਹੜੀ ਹੈ ਉਹਨਾਂ ਨੇ ਮੋਢੇ ਦੇ ਉੱਤੇ ਧਾਰਨ ਕਰਨੀ ਕੀਤੀ। ਗੰਗ ਤਰੰਗ ਅਮੰਕਨ ਭੰਗ, ਜਟਾ ਮਹਿ ਭਾਵ ਕਿ ਉਹਨਾਂ ਦੇ ਜਟਾ ਦੇ ਵਿੱਚੋਂ, ਇਹ ਹਿੰਦੂ ਮਤ ਅਨੁਸਾਰ ਮਾਨਤਾ ਹੈ ਕਿ ਸ਼ਿਵ ਜੀ ਦੀ ਜਟਾ ਦੇ ਵਿੱਚੋਂ ਗੰਗਾ ਜਿਹੜੀ ਹੈ ਉਹਦਾ ਉਦਗਮ ਹੁੰਦਾ, ਉਹਦਾ ਪ੍ਰਵਾਹ ਤੁਰਦਾ। ਪਾਰਬਤੀ ਅੰਗ ਲਾਏ, ਨਾਲ ਪਾਰਬਤੀ ਉਹਨਾਂ ਦੇ ਨਾਲ ਬੈਠੀ ਹੋਈ ਹੈ। ਸ਼ੂਲ ਧਰੇ ਕਰ ਮੁੰਡ ਪਰੇਗਾ, ਹੱਥ ਦੇ ਵਿੱਚ ਤ੍ਰਿਸ਼ੂਲ ਧਾਰਨ ਕਰਨਾ ਕੀਤਾ, ਗਲ ਵਿੱਚ ਮੁੰਡਾਂ ਦੀ ਮਾਲਾ ਹੈ। ਪ੍ਰੇਮ ਕਰੇ ਉਰਸੋਂ ਚਲ ਆਏ, ਕਿਉਂਕਿ ਸਤਿਗੁਰੂ ਮਹਾਰਾਜ ਜੀ ਦੇ ਨਾਲ ਉਰ ਕਰਕੇ, ਦਿਲ ਕਰਕੇ ਪ੍ਰੇਮ ਕਰਦੇ ਸਨ। ਇਹੋ ਜਿਹੇ ਸ਼ਿਵ ਜੀ ਜਿਹੜੇ ਉਹ ਆਪ ਚੱਲ ਕਰਕੇ ਮਹਾਰਾਜ ਜੀ ਨੂੰ ਅਗਲਵੰਡੀ ਲੈਣ ਵਾਸਤੇ ਆਏ ਦੇਵ ਲੋਕ ਤੋਂ। ਸੰਗ ਪੰਚਾਨਨ ਤਾਤ ਖੜਾਨਨ, ਨਾਲ ਉਹਨਾਂ ਦੇ ਕੌਣ ਕੌਣ ਹੈ? ਸੰਗ ਪੰਚਾਨਨ, ਪੰਚਾਨਨ ਦਾ ਭਾਵ ਹੈ ਪੰਜ ਮੁਖੀ ਵਾਲਾ ਜਿਹੜਾ ਹੈ ਸ਼ਿਵ ਜੀ ਕਹਿੰਦੇ ਹਨ। ਪੁਰਾਣਾ ਦੇ ਵਿੱਚ ਕਥਾ ਆਉਂਦੀ ਹੈ ਉਹਨਾਂ ਦੇ 5 ਸਿਰ ਹਨ। ਤੇ ਨਾਲ ਤਾਤ ਖੜਾਨਨ, ਉਹਨਾਂ ਦਾ ਲੜਕਾ ਜਿਹੜਾ ਹੈ, ਉਹਨਾਂ ਦੇ ਲੜਕੇ ਦਾ ਵੱਡੇ ਦਾ ਨਾਮ ਹੈ ਕਾਰਤਿਕੇ। ਤੇ ਕਾਰਤਿਕੇ ਦੇ ਕਹਿੰਦੇ ਹਨ, ਇਹ ਪੁਰਾਣਾ ਦੀ ਕਥਾ ਹੈ
ਤੇ ਉਹਦੇ ਵਿੱਚ ਜ਼ਿਕਰ ਆਉਂਦਾ ਉਹਦੇ 6 ਮੂੰਹ ਸਨ। ਦੁਰਦਾਨਨ ਸ਼ੂਭ ਬਢਾਏ। ਦੁਰਦਾਨਨ ਕਹਿੰਦੇ ਹਨ ਗਣਪਤੀ, ਉਹ ਵੀ ਆਇਆ ਸਤਿਗੁਰੂ ਮਹਾਰਾਜ ਜੀ ਨੂੰ ਲੈਣ ਵਾਸਤੇ, ਸਤਿਕਾਰ ਕਰਨ ਵਾਸਤੇ। ਬ੍ਰਿੰਦ ਬੜੇ ਗਣ ਸਾਥ ਵਿਰਾਜ। ਨਾਲ ਬਹੁਤ ਵੱਡੇ ਵੱਡੇ 52 ਗਣ ਜਿਹੜੇ ਹਨ ਉਹ ਵੀ ਆਏ। ਦੇਖ ਸਰੂਪ ਸਭੈ ਹਰਿ ਖਾਏ। ਸਤਿਗੁਰੂ ਮਹਾਰਾਜ ਜੀ ਦੇ ਸਰੂਪ ਨੂੰ ਵੇਖ ਕਰਕੇ ਉਹ ਬਹੁਤ ਜ਼ਿਆਦਾ ਪ੍ਰਸੰਨ ਹੋ ਰਹੇ ਹਨ। ਜੈ ਸੁਖਦਾਇਕ ਜੈ ਸੁਰ ਨਾਇਕ। ਸਾਰੇ ਇਹ ਉਚਾਰਨ ਕਰਦੇ ਸਤਿਗੁਰੂ ਮਹਾਰਾਜ ਸੁੱਖਾਂ ਨੂੰ ਦੇਣ ਵਾਲੇ ਸਤਿਗੁਰੂ ਜੀਓ ਤੁਹਾਡੀ ਜੈ ਜੈ। ਆਪ ਜੀ ਮਹਾਰਾਜ ਸਾਰੇ ਸੰਸਾਰ ਦੇ ਪਾਲਨਹਾਰ ਹੋ, ਤੁਹਾਡੀ ਜੈ ਜੈਕਾਰ ਹੋਵੇ ਜੀ। ਬੰਦ ਉਬੈ ਕਰ ਬੰਦਤ ਹੈ। ਇਸ ਤਰ੍ਹਾਂ ਦੋਵੇਂ ਹੱਥ ਜੋੜ ਕਰਕੇ ਨਮਸਕਾਰਾਂ ਕਰਦੇ, ਡੰਡੌਤ ਕਰਦੇ। ਬਹੁ ਫੂਲਨ ਕੀ ਬਰਖਾ ਬਰਖਾਏ। ਫੁੱਲਾਂ ਦੀ ਇਹਨਾਂ ਨੇ ਬਹੁਤ ਜ਼ਿਆਦੀ ਵਰਖਾ ਵਰਖਾਉਣੀ ਕੀਤੀ। ਹੰਸ ਚੜ੍ਹੇ ਚਤੁਰਾਨਨ ਨਾਰਦ ਸਾਰਦ। ਹੁਣ ਇਹ ਤੋਂ ਬਾਅਦ ਸ਼ਿਵ ਜੀ ਆਏ, ਉਹ ਤੋਂ ਬਾਅਦ ਬ੍ਰਹਮਾ ਜੀ ਥੋੜੀ ਪਿੱਛੇ ਰਹਿਣ ਵਾਲੇ, ਉਹ ਵੀ ਹੰਸ ਦੇ ਉੱਤੇ, ਕਹਿੰਦੇ ਉਹਨਾਂ ਦੀ ਸਵਾਰੀ ਹੰਸ ਹੈ। ਹੰਸ ਦੇ ਉੱਤੇ ਚੜ ਕਰਕੇ ਚਤੁਰਾਨਨ 4 ਮੁਖਾਂ ਵਾਲਾ ਜਿਹੜਾ ਬ੍ਰਹਮਾ, ਉਹਨਾਂ ਦੇ ਨਾਲ ਉਹਨਾਂ ਦੇ ਲੜਕੇ ਜਿਹੜੇ ਹਨ ਨਾਰਦ, ਲੜਕੀ ਸ਼ਾਰਦਾ ਉਹ ਵੀ ਆਈ ਹੈ। ਬੁੱਧ ਵਿਸ਼ਾਰਦ ਆਏ। ਤੇ ਜੋ ਬੁੱਧੀ ਦੀ ਦਾਤੀ ਜਿਹੜੀ ਮੰਨੀ ਜਾਂਦੀ ਹੈ ਸ਼ਾਰਦਾ ਦੇਵੀ, ਉਹ ਵੀ ਆਈ ਚੱਲ ਕੇ। ਪ੍ਰੇਮ ਭਰੇ ਉਰ ਬੈਨ ਬਜਾਵਤ। ਮਨ ਦੇ ਵਿੱਚ ਪ੍ਰੇਮ ਧਾਰਨ ਕਰਕੇ ਬੇਨ ਬਜਾਵਤ, ਉਹਨਾਂ ਨੇ ਵੇਣ ਜਿਹੜੀ ਹੈ ਵੀਣਾ ਜਿਹਨੂੰ ਬੋਲਦੇ ਹਨ, ਕਿਹਾ ਜਾਂਦਾ ਸਰਸਵਤੀ ਦੇ ਹੱਥ ਦੇ ਵਿੱਚ ਵੀਣਾ ਹੈ, ਉਹਨੇ ਵੀਣਾ ਵਜਾਉਣੀ ਕੀਤੀ। ਸਨਕ ਸਨੰਦ ਹਿਰਦੈ ਹਰਿ ਖਾਏ। 4 ਉਹਨਾਂ ਦੇ ਲੜਕੇ ਸਨਕ, ਸਨੰਦਨ, ਸਨਾਤਨ ਤੇ ਸਨਤ ਕੁਮਾਰ, ਉਹ ਵੀ ਆਏ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ। ਕੌਸਕ ਭ੍ਰਿੰਗ ਵਸਿਸ਼ਟ ਮੁਨੀ। ਅੱਗੇ ਦੱਸਦੇ ਹਨ ਜਿਹੜੇ ਰਿਸ਼ੀ ਮੁਨੀ ਜਿਹੜੇ ਮਹਾਂਪੁਰਖ ਹਨ, ਵਿਸ਼ਵਾਮਿੱਤਰ ਹੋ ਗਿਆ, ਭ੍ਰਿੰਗੂ ਰਿਸ਼ੀ ਹੋ ਗਿਆ, ਵਸ਼ਿਸ਼ਟ ਜੀ ਆਦਿਕ। ਅੰਗਰਾ ਸੋ ਪੁਲਸਤ ਮਹਾ ਸੁਖ ਪਾਏ। ਮਹਾਰਿਸ਼ੀ ਅੰਗੁਰਾ ਜਿਹੜੇ ਹਨ, ਪੁਲਸਤ ਰਿਸ਼ੀ, ਉਹ ਵੀ ਆਏ ਜਿਨ੍ਹਾਂ ਨੇ ਬੜਾ ਸੁਖ ਪ੍ਰਾਪਤ ਕਰਨਾ ਕੀਤਾ ਸਤਿਗੁਰਾਂ ਦੇ ਦਰਸ਼ਨ ਕਰਕੇ। ਅਤਰ ਅਗਸਤ ਪਰਾਸੁਰ ਵਿਆਸ। ਅਤਰ ਰਿਸ਼ੀ ਹੋ ਗਏ ਅਗਸਤ ਤੇ ਪਰਾਸੁਰ ਵਿਆਸ ਆਦਿਕ। ਸਭੈ ਦਰਸ਼ਨ ਗੁਰੂ ਸੁਖ ਪਾਏ। ਸਾਰਿਆਂ ਨੇ ਸਤਿਗੁਰੂ ਮਹਾਰਾਜ ਜੀ ਦੇ ਦਿਵ ਰੂਪ ਦੇ ਦਰਸ਼ਨ ਕਰਕੇ ਉਹਨਾਂ ਨੇ ਸੁੱਖਾਂ ਨੂੰ ਪ੍ਰਾਪਤ ਕਰਨਾ ਕੀਤਾ। ਦੋਹਰਾ ਬਾਲਮੀਕ ਅਰ ਰੋਮ ਰੇਖ ਕਾਕ ਭਸੁੰਡ ਸੁਜਾਨ। ਅੱਗੇ ਕਵੀ ਰਾਜ ਜੀ ਦੱਸਦੇ ਹਨ ਵਾਲਮੀਕ ਜੀ ਜਿਹੜੇ ਹਨ, ਜਿਨ੍ਹਾਂ ਨੇ ਰਾਮਾਇਣ ਸਭ ਤੋਂ ਪਹਿਲੇ ਲਿਖਣੀ ਕੀਤੀ ਹੈ, ਮਹਾਰਿਸ਼ੀ ਵਾਲਮੀਕ, ਤੇ ਨਾਲ ਉਹਨਾਂ ਤੋਂ ਬਾਅਦ ਰੋਮ ਰਿਸ਼ੀ ਜਿਹੜੇ ਹਨ ਕਾਕ ਭਸੁੰਡ, ਤੇ ਜਿਨ੍ਹਾਂ ਦਾ ਉਧਾਰ ਸਤਿਗੁਰੂ ਮਹਾਰਾਜ ਜੀ ਨੇ ਕਰਨਾ ਕੀਤਾ। ਜਦੋਂ ਆਪਾਂ ਜਾਂਦੇ ਨਾ ਪਿਆਰਿਓ ਹੇਮਕੁੰਟ ਸਾਹਿਬ ਦਰਸ਼ਨ ਕਰਨ ਵਾਸਤੇ, ਤੇ ਹੇਮਕੁੰਟ ਸਾਹਿਬ ਦੇ ਨਾਲ ਹੀ ਇੱਕ ਪਹਾੜੀ ਜਿਹੜੀ ਵੱਜਦੀ ਹੈ, ਉੱਥੇ ਤਾਂ ਕੋਈ ਨਹੀਂ ਜਾਂਦਾ, ਉੱਥੋਂ ਦੇ ਲੋਕਲੀ ਜਿਹੜੇ ਪਹਾੜੀ ਲੋਕ ਜਾਂ ਜਿਹੜੇ ਕਈ ਜਿਹੜੇ ਇੱਥੇ ਰਹਿੰਦੇ ਸਨ, ਬਾਬਾ ਸ਼ੇਡ ਸਿੰਘ, ਪਤਾ ਨਹੀਂ ਹੁਣ ਕਿਸ ਅਵਸਥਾ ਦੇ ਵਿੱਚ ਹੈ, ਲੇਕਿਨ ਉਹ ਨਿਸ਼ਾਨ ਸਾਹਿਬ ਜਦੋਂ ਚੜਾਉਣ ਵਾਸਤੇ ਜਾਂਦੇ, ਕਈ ਵਾਰੀ ਉਹਨਾਂ ਨੇ ਦੱਸਿਆ ਸੀ ਕਾਕਸੁੰਡ ਜਿਹੜੀ ਇੱਕ ਪਹਾੜੀ ਦਾ ਨਾਮ ਹੈ, ਉੱਥੋਂ ਵੀ ਉਹ ਲੰਘਦੇ ਸਨ। ਤੇ ਕਾਕਸੁੰਡ ਉੱਥੇ ਇੱਕ ਮਹਾਂਪੁਰਖ ਤੇ ਜਿਹੜੇ ਕਾਕ ਦੇ ਯੋਨੀ ਦੇ ਵਿੱਚ ਸਨ, ਉਹ ਰਹਿ ਕਰਕੇ ਨਿਤ ਪ੍ਰਮਾਤਮਾ ਦਾ ਜਸ ਕਰਨਾ, ਕਥਾ ਕੀਰਤਨ ਕਰਿਆ ਕਰਦੇ। ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਉਸ ਇਲਾਕੇ ਤੇ ਕਾਕਸੁੰਡ ਦੀ ਪਹਾੜੀ ਤੇ ਪਹੁੰਚੇ ਹਨ, ਪਹੁੰਚ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਕਿਹਾ, ਮਰਦਾਨਿਆ ਰਬਾਬ ਵਜਾਉਣਾ ਕਰ, ਧੁਰ ਕੀ ਬਾਣੀ ਆਈ ਹੈ। ਭਾਈ ਮਰਦਾਨੇ ਨੇ ਰਬਾਬ ਛੇੜਨੀ ਕੀਤੀ, ਧੁਰ ਕੀ ਬਾਣੀ ਦਾ ਸਤਿਗੁਰਾਂ ਨੇ ਗਾਇਨ ਕਰਨਾ ਕੀਤਾ। ਸਾਰੇ ਪੰਛੀ ਜਿਹੜੇ ਹਨ ਕਾਕਸੁੰਡ ਨੂੰ ਛੱਡ ਕਰਕੇ ਮਹਾਰਾਜ ਜੀ ਦੇ ਕੋਲ ਆ ਗਏ। ਵੇਖ ਕਰਕੇ ਕਾਕਸੁੰਡ ਵੀ ਇੰਨਾ ਦੰਗ ਹੋ ਗਿਆ, ਇੰਨੀ ਸੁਰੀਲੀ ਆਵਾਜ਼, ਰੱਬੀ ਬਾਣੀ ਨੂੰ ਸੁਣ ਕਰਕੇ ਕਾਕਸੁੰਡ ਆਪ ਸਤਿਗੁਰੂ ਮਹਾਰਾਜ ਜੀ ਦੇ ਕੋਲ ਆ ਗਿਆ। ਭਾਈ ਮਰਦਾਨੇ ਨੂੰ ਪੁੱਛਦਾ ਕਿ ਇਹ ਕੌਣ ਹਨ। ਭਾਈ ਜੀ ਨੇ ਕਿਹਾ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ। ਉਸੇ ਵੇਲੇ ਹੱਥ ਜੋੜ ਕੇ ਮੱਥਾ ਟੇਕਣਾ ਕੀਤਾ, ਕਿਹਾ ਮਹਾਰਾਜ ਆਪ ਜੀ ਕਿਰਪਾ ਕਰੋ, ਉਪਦੇਸ਼ ਦਿਓ।
ਸਤਿਗੁਰੂ ਮਹਾਰਾਜ ਜੀ ਨੇ ਫਿਰ ਉਪਦੇਸ਼ ਦਿੱਤਾ, ਤਾਂ ਜਾ ਕਰਕੇ ਉਹਨਾਂ ਦਾ ਕਲਿਆਣ ਹੋਇਆ ਹੈ। ਇਹੋ ਜਿਹੇ ਮਹਾਂਪੁਰਖ ਕਾਕ ਸੁਣ ਜੀ ਉਹ ਵੀ ਆਏ ਹਨ। ਬਗਦਾਲਵ ਤੇ ਆਦ ਸਭ ਤੇ ਆਏ, ਬਗਦਾਲਦ ਆਦ ਜਿੰਨੇ ਵੀ ਰਿਸ਼ੀ ਜਿਹੜੇ ਹਨ, ਆਏ ਰਿਖੀ ਮਹਾ, ਸਾਰੇ ਮਹਾਨ ਵਹਾਨ ਰਿਸ਼ੀ ਜਿਹੜੇ ਰਿਸ਼ੀਵਰ ਉਹ ਚੱਲ ਕਰਕੇ ਆਏ। ਨਾਮ ਦੇਵ ਜੈ ਦੇਵ ਜਨ ਧੰਨਾ, ਜਿਨ੍ਹਾਂ ਮਹਾਂਪੁਰਖਾਂ ਦੀ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ, ਉਹਨਾਂ ਦੇ ਵਿੱਚੋਂ ਆਏ ਗੁਰ ਕੇ ਤੀਰ, ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਇਹ ਸਾਰੇ ਸਰਵਸ਼੍ਰੇਸ਼ਟ ਭਗਤ ਉਹ ਵੀ ਚੱਲ ਚੱਲ ਕਰਕੇ ਆ ਰਹੇ ਹਨ। ਸਵਈਆ ਸ਼ੇਸ਼ ਸੁਰੇਸ਼ ਜਲੇਸ਼ ਦਿਨੇਸ਼, ਹੁਣ ਸ਼ੇਸ਼ਨਾਥ ਜਿਹੜਾ ਹੈ ਉਹ ਵੀ ਆਇਆ, ਤੇ ਸੁਰੇਸ਼ ਕਹਿੰਦੇ ਹਨ ਦੇਵਰਾਜ ਇੰਦਰ ਜਿਹੜਾ ਹੈ, ਵਰੁਣ ਦੇਵਤਾ, ਤੇ ਦਿਨੇਸ਼ ਦਿਨ ਦਾ ਰਾਜਾ ਕੌਣ ਹੈ, ਸੂਰਜ, ਉਹ ਵੀ ਰੂਪ ਧਾਰਨ ਕਰਕੇ ਆਇਆ। ਨਿਸ਼ੇਸ਼ ਧਨੇਸ਼ ਪਿਖੈ ਸੁਖ ਪਾਵੈ, ਤੇ ਨਿਸ਼ੇਸ਼ ਰਾਤ ਦਾ ਰਾਜਾ ਤੇ ਕੁਬੇਰ ਆਦਿਕ ਇਹ ਸਾਰੇ ਆ ਕਰਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਤੇ ਸੁੱਖਾਂ ਦੀ ਪ੍ਰਾਪਤੀ ਹੋ ਰਹੀ ਹੈ। ਕਿੰਨਰ ਗੰਧਰਵ ਪਾਵਕ ਪੌਨ, ਕਿੰਨਰ ਆਏ ਹਨ, ਗੰਧਰਵ ਆਏ ਹਨ, ਤੇ ਨਾਲ ਪੌਣ ਦੇਵਤਾ, ਅਗਨੀ ਦੇਵਤਾ। ਆਨੰਦ ਭਰੈ ਉਰ ਮੰਗਲ ਗਾਵੈ, ਆਨੰਦ ਦੇ ਨਾਲ ਭਰ ਕਰਕੇ ਸਤਿਗੁਰੂ ਮਹਾਰਾਜ ਜੀ ਦਾ ਸਤਿਕਾਰ ਕਰਨ ਵਾਸਤੇ ਇਹ ਸਾਰੇ ਆਨੰਦ ਨੂੰ ਧਾਰਨ ਕਰਕੇ ਮੰਗਲ ਗੀਤ ਗਾ ਰਹੇ ਹਨ, ਪਹੁੰਚ ਰਹੇ ਹਨ। ਦੇਵ ਤਰੋਵਰ ਕੀ ਪੁਸ਼ਪਾਂਜਲ, ਇਹਨਾਂ ਨੇ ਫਿਰ ਦੇਵ ਤਰੋਵਰ ਜਿਹੜਾ ਕਲਪ ਵ੍ਰਿਸ਼ ਜਿਹੜਾ ਹੈ ਉਹਦੇ ਫੁੱਲ ਤੋੜ ਤੋੜ ਕਰਕੇ ਪੁਸ਼ਪਾਂਜਲ ਭਾਵ ਕੇ ਬੁੱਕ ਭਰ ਭਰ ਕੇ ਸਤਿਗੁਰੂ ਮਹਾਰਾਜ ਜੀ ਦੇ ਉੱਤੇ ਨਿਸ਼ਾਵਰ ਕਰਨਾ ਕੀਤਾ। ਜੈ ਮੁਖ ਤੇ ਕਹਿ ਕੇ ਬਰਖਾਵੈ, ਸਾਰੇ ਬਾਰ-ਬਾਰ ਇਹੀ ਕਹਿੰਦੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਦੀ ਜੈ ਜੈਕਾਰ ਹੋਵੇ, ਜੈ ਜੈਕਾਰ ਹੋਵੇ, ਨਾਲ ਜੈਕਾਰਾ ਲਾਉਂਦੇ ਹਨ। ਤੇ ਫਿਰ ਪੁਸ਼ਪਾਂਜਲੀ ਜਿਹੜੀ ਹੈ ਬੁੱਕ ਭਰ ਭਰ ਕੇ ਫੁੱਲਾਂ ਦੇ ਸੁੱਟਦੇ। ਸ੍ਰੀ ਸੁਖ ਕੰਦ ਗੋਬਿੰਦ ਮੁਕੰਦ, ਕਹਿੰਦੇ ਹੈ ਸੁੱਖਾਂ ਦੇ ਮੁੱਢ ਸਤਿਗੁਰੂ ਮਹਾਰਾਜ ਆਪ ਜੀ ਪ੍ਰਮਾਤਮਾ ਦੇ ਰੂਪ ਹੋ, ਮੁਕਤੀ ਦਾਤੇ ਹੋ। ਪਦਮ ਅਰਬਿੰਦ ਪੂਜੈ ਮਨ ਭਾਵੈ, ਆਪ ਜੀ ਦੇ ਚਰਨ ਕਮਲਾਂ ਦੇ ਵਿੱਚ ਸਾਡੀ ਨਮਸਕਾਰ ਪਹੁੰਚ ਜਾਵੇ। ਕਿਰਪਾ ਕਰੋ ਮਹਾਰਾਜ, ਸਾਨੂੰ ਵੀ ਆਪਣੇ ਚਰਨ ਕਮਲਾਂ ਦੇ ਵਿੱਚ ਰੱਖ ਲੈਣਾ ਕਰੋ। ਦੋਹਰਾ ਇੱਕ ਵਿਵਾਨ ਮਨੋਹਰ ਮਹਾ, ਪੁੰਜ ਮਣੀ ਜਿਸ ਮਾਹੇ। ਕਵੀ ਰਾਜੀ ਹੁਣ ਦੱਸਦੇ ਕਿ ਇੱਕ ਸੂਖਸ਼ਮ ਜਿਹੜਾ ਵਿਵਾਨ ਜਿਹੜਾ ਹੈ ਉਹ ਆਪ ਚੱਲ ਕਰਕੇ ਆਇਆ, ਜਿਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਮਣੀ ਮਾਣਕ ਲੱਗੇ ਹੋਏ ਹਨ। ਇਹ ਜਦੋਂ ਪਿਆਰਿਓ ਇਹ ਗੱਲ ਚੱਲਦੀ ਹੈ, ਆ ਵਿਵਾਨ ਆ ਰਿਹਾ ਜਾਂ ਇਹ ਹੋ ਰਿਹਾ, ਕਈ ਇਹਦੇ ਉੱਤੇ ਸ਼ੰਕਾ ਕਰਦੇ ਕਿ ਭਾਈ ਕਿਹੜਾ ਵਿਵਾਨ ਹੈ। ਇਹਨੂੰ ਪਿਆਰਿਓ ਭੌਤਿਕ ਤਲ ਦੇ ਉੱਤੇ ਨਹੀਂ ਸੋਚਣਾ ਚਾਹੀਦਾ, ਇਹ ਪਾਰਲੌਕਿਕ ਹੈ, ਇਹ ਸੂਖਸ਼ਮ ਹੈ। ਭਾਵ ਕਿ ਇਹ ਕਿਸੇ ਮਹਾਂਪੁਰਖਾਂ ਨੂੰ ਹੀ ਪਿਆਰਿਓ ਇਹ ਨਜ਼ਰ ਆ ਸਕਦਾ, ਬਹੁਤ ਇਹ ਸੂਖਸ਼ਮ ਹੈ, ਇਹ ਪ੍ਰਤੱਖ ਗੱਲ ਨਹੀਂ ਹੋ ਰਹੀ ਹੈ। ਕਿਉਂਕਿ ਇਹ ਪ੍ਰਤੱਖ ਗੱਲ ਹੋਵੇ ਤੇ ਆਪਾਂ ਵੇਖ ਸਕਦੇ ਹਾਂ। ਇਹ ਜਿੰਨੇ ਵੀ ਦੇਵੀ ਦੇਵਤੇ ਵੀ ਆਏ ਤੇ ਇਹਨਾਂ ਨੂੰ ਪ੍ਰਤੱਖ ਕਿਹਨੇ ਵੇਖਿਆ ਕਿ ਭਾਈ ਆ ਫਲਾਨਾ ਹੈ, ਇਹ ਢਿਮਕਾਨਾ ਹੈ ਕਰਕੇ ਨਹੀਂ ਪਿਆਰਿਓ। ਇਹ ਗੁਪਤ ਤੌਰ ਤੇ ਜਿਸ ਤਰ੍ਹਾਂ ਕਿ ਦੇਵ ਲੋਕ ਦੇ ਵਿੱਚੋਂ ਸੂਖਸ਼ਮ ਸਰੀਰ ਇਹ ਧਾਰਨ ਕਰਕੇ ਆਪਣਾ ਦਿਵ ਸਰੀਰ ਧਾਰਨ ਕਰਕੇ ਆਉਂਦੇ ਹਨ। ਕਿਸੇ ਵਿਰਲੇ ਵਾਂਝੇ ਨੂੰ ਜਿਹੜੇ ਮਹਾਂਪੁਰਖ ਕਮਾਈ ਕਰਨ ਵਾਲੇ ਉਹਨਾਂ ਨੂੰ ਹੀ ਪਿਆਰਿਓ ਇਹ ਨਜ਼ਾਰਾ ਨਜ਼ਰ ਆਉਂਦਾ। ਬਾਕੀ ਤਾਂ ਹੁਣ ਆਪਾਂ ਵੀ ਇੱਥੇ ਬੈਠੇ ਹੋਏ ਆ, ਬੇਸ਼ੱਕ ਕਈ ਸਰੀਰ ਜਿਹੜੇ ਉਹ ਤਾਂ ਸਾਨੂੰ ਨਜ਼ਰ ਆ ਜਾਣਗੇ ਕਿ ਭਾਈ ਆ ਫਲਾਨਾ ਬੈਠਿਆ ਜੀ, ਉਹ ਬੈਠਿਆ, ਆਪਾਂ ਕਹਿ ਸਕਦੇ ਆ। ਜੇ ਪਤਾ ਨਾ ਹੋਵੇ ਤੇ ਇਹ ਤਾਂ ਆਪਾਂ ਕਹਿ ਦਿੰਦੇ ਆ ਕੋਈ ਮਨੁੱਖ ਜਾਂ ਕੋਈ ਇਸਤਰੀ ਬੈਠੀ ਹੋਈ ਹੈ। ਇਹ ਪ੍ਰਤੱਖ ਸਾਨੂੰ ਨਜ਼ਰ ਆ ਰਿਹਾ, ਲੇਕਿਨ ਪਿਆਰਿਓ ਸਿਰਫ ਇੱਥੋਂ ਤੱਕ ਹੀ ਇਹ ਸਾਡੀ ਸੀਮਾ ਹੈ, ਪ੍ਰਤੱਖ ਤੱਕ ਸਾਡੀ ਸੀਮਾ ਹੈ। ਲੇਕਿਨ ਕਈ ਗੁਪਤ ਰੂਹਾਂ ਜਿਹੜੀਆਂ ਹਨ ਦੇਵ ਸਰੂਪ ਦੇ ਵਿੱਚ ਆ ਕਰਕੇ ਉਹ ਵੀ ਬੈਠੀਆਂ ਹੋਈਆਂ ਹਨ ਤੇ ਉਹ ਕਿਹਨੂੰ ਨਜ਼ਰ ਆ ਰਹੀਆਂ ਨਹੀਂ ਪਿਆਰਿਓ। ਉਹਨਾਂ ਨੂੰ ਵੇਖਣ ਵਾਸਤੇ ਦਿਵ ਦ੍ਰਿਸ਼ਟੀ ਚਾਹੀਦੀ, ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਚਾਹੀਦੀ ਹੈ। ਮਤਾ ਕਿਤੇ ਇਹ ਨਹੀਂ ਸਮਝਣਾ ਚਾਹੀਦਾ ਕਿ ਬਸ ਕਿ ਭਾਈ ਆਪਾਂ ਬੈਠੇ ਹੋਏ ਆ। ਨਹੀਂ ਪਿਆਰਿਓ, ਕਈ ਜਿਹੜੀਆਂ ਦੇਵ ਆਤਮਾ ਦਿਵ ਸਰੂਪ ਦੇ ਵਿੱਚ ਬੈਠੀਆਂ ਹੋਈਆਂ, ਕਈ ਨਖਿੱਧ ਆਤਮਾਵਾਂ ਜਿਹੜੀਆਂ ਹਨ ਉਹ ਆਪਣਾ ਉਧਾਰ ਕਰਨ ਵਾਸਤੇ ਗੁਰੂ ਘਰ ਦੇ ਵਿੱਚ ਉਹ ਚੱਲ ਕਰਕੇ ਆ ਜਾਂਦੀਆਂ। ਇਸ ਕਰਕੇ ਕਈ ਵਾਰੀ ਆਪਨੇ ਵੇਖਿਆ ਹੋਵੇਗਾ ਬਹੁਤਾਤ ਦੇ ਵਿੱਚ ਪਿਆਰਿਓ ਕਈ
ਚੰਗੇ ਭਲੇ ਅਸੀਂ ਤਾਂ ਕਈ ਵਾਰੀ ਵੇਖਦੇ ਹਾਂ ਹਰ 2-4 ਦਿਨ ਦੇ ਪਿੱਛੇ। ਹੁਣ ਤਾਂ ਸੰਗਤਾਂ ਬਹੁਤ ਘਟ ਗਈਆਂ, ਨਹੀਂ ਤਾਂ ਵੇਖੀਦਾ ਕੋਈ ਬੰਦਾ ਚੜ ਜਾਂਦਾ, ਵੱਖਰਾ ਜਿਹਾ ਰੂਪ ਹੋ ਜਾਂਦਾ। ਕਈ ਇੰਨੀਆਂ ਨਖਿੱਧ ਆਤਮਾਵਾਂ, ਉਹਨਾਂ ਨੂੰ ਗੁਰੂ ਘਰ ਦੇ ਨਾਲੋਂ ਡਰ ਵੀ ਲੱਗਦਾ। ਉਹ ਫਿਰ ਕਹਿੰਦੇ ਕਿ ਨਹੀਂ ਭਾਈ ਮੈਨੂੰ ਇੱਥੇ ਨਾ ਲੈ ਕੇ ਜਾਓ, ਮੈਂ ਇੱਥੇ ਨਹੀਂ ਜਾਣਾ ਚਾਹੁੰਦਾ, ਮੈਂ ਇੱਥੋਂ ਭੱਜ ਜਾਣਾ ਚਾਹੁੰਦਾ ਹਾਂ। ਇਹ ਪਿਆਰਿਓ ਨਜ਼ਾਰਾ ਵੇਖਿਆ। ਕਹਿਣ ਦਾ ਭਾਵ ਕਿ ਉਹਨਾਂ ਦੇ ਅੰਦਰ ਜੋ ਰੂਹ ਬੈਠੀ ਹੋਈ ਹੈ, ਨਖਿੱਧ ਆਤਮਾ, ਉਹ ਇਜਾਜ਼ਤ ਨਹੀਂ ਦਿੰਦੀ ਕਿ ਤੂੰ ਗੁਰੂ ਘਰ ਦੇ ਵਿੱਚ ਚੱਲ ਕੇ ਜਾਵੇ, ਕਿਉਂਕਿ ਤੂੰ ਆ ਜਾਵੇਗਾ ਗੁਰੂ ਘਰ ਦੇ ਵਿੱਚ ਤੇ ਤੇਰਾ ਉਧਾਰ ਹੋ ਜਾਵੇਗਾ, ਮੈਨੂੰ ਇੱਥੋਂ ਨਿਕਲਣਾ ਪਵੇਗਾ। ਉਹ ਉਹਨਾਂ ਨੂੰ ਆਪਣਾ ਗੁਲਾਮ ਬਣਾਉਣ ਵਾਸਤੇ ਫਿਰ ਆਉਣ ਹੀ ਨਹੀਂ ਦਿੰਦੇ ਹਨ। ਇਸ ਤਰ੍ਹਾਂ ਇਹ ਦਿਵ ਸਰੂਪ ਦੇ ਵਿੱਚ ਦੇਵਤੇ ਆਏ ਤੇ ਬਿਬਾਨ ਆਇਆ। ਅਤ ਪ੍ਰਕਾਸ਼ ਸੰਯੁਕਤ ਸੋ ਕੌਣ ਕਹੈ ਸ਼ਬਤਾ। ਬਹੁਤ ਜ਼ਿਆਦਾ ਪ੍ਰਕਾਸ਼ ਹੈ, ਕੌਣ ਉਸ ਪ੍ਰਕਾਸ਼ ਦੇ ਬਾਬਤ ਦੱਸ ਸਕਦਾ। ਚੌਪਈ ਪਾਰਖਦੀ ਜਿਸ ਆਏ ਅਗਾਰੀ। ਜਿਸ ਤਰ੍ਹਾਂ ਕੇ ਪਾਰਖਦੀ ਜਦੋਂ ਆ ਇੱਕਦਮ ਅੱਗੇ ਆ ਜਾਵੇ। ਸ਼ਬਰ ਢੁਰਤ ਹੈ ਵਾਰੰਵਾਰੀ। ਹੁਣ ਕਵੀ ਰਾਜ ਜੀ ਦੱਸਦੇ ਹਨ, ਉਹ ਜਿਹੜੀ ਹੈ ਪਾਲਕੀ ਜਿਹੜੀ ਹੈ, ਉਹ ਪਾਲਕੀ ਦਾ ਨਜ਼ਾਰਾ ਦੱਸ ਰਹੇ ਹਨ। ਪਾਲਕੀ ਸਭ ਉਤਰ ਰਹੀ ਹੈ ਦੇਵਲੋਕ ਤੋਂ ਤੇ ਦੇਵਤੇ ਜਿਹੜੇ ਹਨ ਵਾਰੀ ਵਾਰੀ ਮਹਾਰਾਜ ਜੀ ਦੇ ਉੱਤੇ, ਪਾਲਕੀ ਦੇ ਉੱਤੇ ਚਵਰ ਢੁਲਾ ਰਹੇ ਹਨ। ਹਾਲੇ ਸਤਿਗੁਰੂ ਮਹਾਰਾਜ ਪਾਲਕੀ ਤੇ ਵਿਰਾਜਮਾਨ ਨਹੀਂ ਹੋਏ। ਮਹਾਰਾਜ ਜੀ ਨੇ ਵਿਰਾਜਮਾਨ ਹੋਣਾ ਹੈ, ਲੇਕਿਨ ਚੌਰ ਬਰਦਾਰੀਆ ਜਿਹੜਾ ਹੈ ਉਹ ਚੌਰ ਲੈ ਕਰਕੇ ਖੜੋਤਾ ਹੋਇਆ। ਜਹਾਂ ਹੁਤੇ ਬੇਦੀ ਕੁਲਦੀਪ। ਜਿੱਥੇ ਬੇਦੀ ਕੁਲਦੀਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸਰੀਰ ਪਿਆ ਹੋਇਆ ਸੀ, ਸਥਿਰ ਭਇਓ ਸੋ ਤਾਂਹ ਸਮੀਪ। ਆ ਕਰਕੇ ਉਹ ਪਾਲਕੀ ਸਾਹਿਬ ਉੱਥੇ ਲੱਗ ਗਈ ਤੇ ਦੇਵਤਿਆਂ ਨੇ ਆ ਕਰਕੇ ਗੁਪਤ ਜਿਹੜਾ ਹੈ ਇਹ ਦਿਵ ਲੋਕ ਤੋਂ ਉਹਨਾਂ ਨੇ ਚਵਰ ਢੁਲਾਉਣਾ ਕੀਤਾ। ਨਿਜ ਸਰੂਪ ਤਬ ਸ਼੍ਰੀ ਪ੍ਰਭਤਾਰਾ। ਸਤਿਗੁਰੂ ਮਹਾਰਾਜ ਜੀ ਨੇ ਫਿਰ ਆਪਣਾ ਨਿਜ ਸਰੂਪ ਜਿਹੜਾ ਸੂਖਸ਼ਮ ਸਰੀਰ ਜਿਹਨੂੰ ਆਪਾਂ ਕਹਿ ਸਕਦੇ ਆ, ਦਿਵ ਸਰੀਰ ਜਿਹਨੂੰ ਆਪਾਂ ਕਹਿ ਸਕਦੇ ਆ। ਇੱਕ ਤਾਂ ਸਰੀਰ ਜਿਹੜਾ ਪਿਆਰਿਓ ਪੰਜ ਭੌਤਿਕ ਸਰੀਰ ਹੈ, ਪੰਜ ਤੱਤਾਂ ਦਾ ਜੋ ਸਰੀਰ ਹੈ ਉਹ ਤਾਂ ਮਰਨ ਧਰਮ ਹੈ, ਉਹਨੇ ਤਾਂ ਇੱਥੇ ਹੀ ਰਹਿ ਜਾਣਾ। ਉਥਾਂ ਪਿਆਰਿਓ ਤੱਤਾਂ ਦੇ ਵਿੱਚ ਤੱਤ ਵਿਲੀਨ ਹੋ ਜਾਣਾ ਹੈ, ਉਹਦਾ ਤਾਂ ਭਾਣਾ ਵਰਤ ਗਿਆ। ਹੁਣ ਸਤਿਗੁਰੂ ਮਹਾਰਾਜ ਜੀ ਦੇ ਉਸ ਸਰੂਪ ਦੇ ਵਿੱਚੋਂ ਜਿਹੜਾ ਦਿਵ ਸਰੂਪ ਨਿਕਲਿਆ, ਚਰਨ ਕੂਕਨਦ ਸ਼ੁਭਤ ਅਪਾਰਾ। ਤੇ ਉਹਨਾਂ ਦੇ ਚਰਨ ਜਿਹੜੇ ਹਨ ਉਹਦਾ ਦ੍ਰਿਸ਼ਟਾਂਤ ਜਿਹੜਾ ਉਹਦਾ ਨਜ਼ਾਰਾ ਕਵੀ ਰਾਜ ਦੀ ਖਿੱਚਦੇ ਹਨ। ਸਤਿਗੁਰੂ ਮਹਾਰਾਜ ਜੀ ਦੇ ਦਿਵ ਸਰੂਪ ਦੇ ਮਤਾਂ ਕਿਤੇ ਫਿਰ ਪਿਆਰਿਓ ਦਾਸ ਬਾਰ-ਬਾਰ ਇਹ ਰਿਪੀਟ ਕਰ ਰਿਹਾ, ਬੇਨਤੀ ਕਰ ਰਿਹਾ, ਇਹਨੂੰ ਪ੍ਰਤੱਖ ਤੌਰ ਤੇ ਪੰਜ ਭੌਤਿਕ ਸਰੀਰ ਦੇ ਨਾਲ ਇਹਦੀ ਤੁਲਨਾ ਨਹੀਂ ਦੇਣੀ ਚਾਹੀਦੀ ਹੈ। ਇਹ ਗੁਪਤ ਗੱਲਾਂ ਚੱਲ ਰਹੀਆਂ ਹਨ, ਇਹ ਦਿਵ ਲੋਕ ਦੀ ਗੱਲ ਚੱਲ ਰਹੀ ਹੈ। ਤੇ ਇੱਕ ਸੂਖਸ਼ਮ ਸਰੀਰ ਮਹਾਰਾਜ ਜੀ ਦਾ ਨਿਕਲਿਆ ਤੇ ਸਤਿਗੁਰੂ ਮਹਾਰਾਜ ਜੀ ਦੇ ਚਰਨ ਬੜੇ ਕੋਮਲ ਨਜ਼ਰ ਆ ਰਹੇ। ਨੂਪਰ ਮਣੀ ਮੈਂ ਰੁਚਿਰ ਸੁਹਾਏ। ਤੇ ਨੂਪਰ ਬੰਨੀ ਹੋਈ ਹੈ ਜਿਹਦੇ ਵਿੱਚ ਸੋਹਣੀਆਂ ਮਣੀਆਂ ਲੱਗੀਆਂ ਹੋਈਆਂ। ਦਵੈ ਜੰਘਾ ਕਦਲੀ ਸ਼ਬ ਪਾਏ। ਸਤਿਗੁਰੂ ਮਹਾਰਾਜ ਦੀਆਂ ਜੰਘਾਂ ਜਿਹੜੀਆਂ ਹਨ ਉਹ ਕਦਲੀ ਦਲ, ਕਹਿੰਦੇ ਕਿ ਕੇਲੇ ਦਾ ਦਰਖਤ ਜਿਸ ਤਰ੍ਹਾਂ ਹੁੰਦਾ ਹੈ ਉਸ ਤਰ੍ਹਾਂ ਸਤਿਗੁਰੂ ਮਹਾਰਾਜ ਦੀਆਂ ਜੰਘਾਂ ਹਨ। ਸ਼ੂਦਰ ਘੰਟਕਾ ਬੰਧੀ ਸੁਹਾਵਤ। ਸ਼ੂਦਰ ਘੰਟਕਾ ਜਿਹੜੀ ਹੈ ਉਹਦੇ ਨਾਲ ਲੱਖ ਦੇ ਨਾਲ ਤਲਾਗੀ ਬੰਨੀ ਹੋਈ ਹੈ। ਉਦਰ ਸੋ ਤ੍ਰਿਵਲੀ ਸ਼ੋਭ ਬਢਾਵਤ। ਸਤਿਗੁਰੂ ਮਹਾਰਾਜ ਜੀ ਦੇ ਉਦਤ ਦੇ ਵਿੱਚ ਪੇਟ ਦੇ ਵਿੱਚ 3 ਵੱਟ ਪੈਂਦੇ। ਕਾਲਿੰਦਰੀ ਆਵਰਤ ਸੋ ਨਾਭਾ। ਜਿਹੜੀ ਨਾਭ ਕਮਲ ਹੈ ਜਿਸ ਤਰ੍ਹਾਂ ਕਾਲਿੰਦਰੀ ਯਮੁਨਾ ਨਦੀ, ਉਹਦੇ ਵਿੱਚ ਜਦੋਂ ਭੌਰ ਵੱਜਦੇ ਹਨ, ਭੌਰ ਪੈਂਦੇ ਹਨ, ਪਾਣੀ ਦਾ ਜਿਹੜਾ ਘੁਮਾਵ ਹੁੰਦਾ ਹੈ, ਕਿਉਂਕਿ ਕਾਲਿੰਦਰੀ ਨਦੀ ਜਿਹੜੀ ਹੈ ਭਾਵ ਕਿ ਜਮਨਾ ਆਪਾਂ ਜਿਹਨੂੰ ਬੋਲਦੇ ਆ, ਉਹਦਾ ਜਲ ਪਿਆਰਿਓ ਇੱਕਦਮ ਸਿਆ ਕਾੜਾ ਹੁੰਦਾ। ਜਿਨ੍ਹਾਂ ਨੇ ਵੇਖਿਆ ਉਹਨਾਂ ਨੂੰ ਪਤਾ ਹੋਵੇਗਾ। ਤੇ ਉਹ ਪਾਣੀ ਜਿਹੜਾ ਹੈ ਜਮਨਾ ਦਾ ਉਹ ਕਾਲੇ ਰੰਗ ਦਾ ਹੁੰਦਾ ਤੇ ਗੰਗਾ ਦਾ ਜਿਹੜਾ ਉਹ ਇੱਕਦਮ ਚਿੱਟੇ ਰੰਗ ਦਾ ਹੈ ਪਾਣੀ। ਤੇ ਜਦੋਂ ਇਹਨਾਂ ਦਾ ਸੁਮੇਲ ਹੁੰਦਾ ਆਪਾਂ ਵੇਖਦੇ ਆ, ਬੜਾ ਉੱਥੇ ਅਦਭੁਤ ਨਜ਼ਾਰਾ ਜਿਹੜਾ ਨਜ਼ਰ ਆਉਂਦਾ। ਇੱਕ ਪਾਸੇ ਚਿੱਟਾ ਜਲ, ਇੱਕ ਪਾਸੇ ਕਾਲਾ ਜਲ, ਜਦੋਂ ਆਪਸ ਦੇ ਵਿੱਚ ਮਿਲ ਜਾਂਦਾ, ਆਪਸ ਦੇ ਵਿੱਚ ਇੱਕ ਦੂਜੇ ਦੇ ਵਿੱਚ ਉਹ ਗੁੱਥ ਚਿੱਟੇ ਵਿੱਚ ਕਾਲਾ ਸਮਾ ਕਰਕੇ ਇੱਕ ਮੱਧਮ ਦਾ ਰੰਗ ਜਿਹੜਾ ਪਾਣੀ ਬਣ ਕਰਕੇ ਅੱਗੇ ਵਹਿ ਤੁਰਦਾ। ਤੇ ਜਿਸ ਤਰ੍ਹਾਂ ਕਾਲਿੰਦਰੀ ਦੇ ਵਿੱਚ ਭਵਰ ਪੈਂਦੇ
ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੀ ਨਾਭ ਕਮਲ ਹੈ। ਭੁਜਾ ਚਾਰੀ ਉਤ ਭੂਖਨ ਆਭਾ। ਸਤਿਗੁਰੂ ਮਹਾਰਾਜ ਜੀ ਦੀਆਂ ਭੁਜਾਵਾਂ ਜਿਹੜੀਆਂ ਬਹੁਤ ਆਜਾਨ ਬਾਹੂ ਹਨ ਤੇ ਉਹਦੇ ਵਿੱਚ ਗਹਿਣੇ ਸਜੇ ਹੋਏ। ਸ਼ੰਖ ਚੱਕਰ ਕਰ ਕਮਲਨ ਮਾਹੀ। ਮਹਾਰਾਜ ਜੀ ਨੇ ਹੱਥ ਵਿੱਚ ਸ਼ੰਖ ਚੱਕਰ ਆਦਿਕ ਧਾਰਨ ਕਰਨਾ ਕੀਤਾ। ਗਦਾ ਪਦਮ ਅਤ ਸੁੰਦਰ ਆਹੀ। ਗਦਾ ਪਦਮ ਆਦਿਕ ਬਿਰਾਜਮਾਨ ਹਨ। ਕੰਕਨ ਅੰਗਦ ਮਣ ਗਚਕਾਰੀ। ਤੇ ਕੰਕਣ ਜਿਹੜੇ ਹਨ ਅੰਗਦ ਬਾਯੂ ਬੱਟੇ ਦੇ ਵਿੱਚ ਸੋਹਣੇ ਸੋਹਣੇ ਕੰਗਣ ਆਦਿਕ ਲੱਗੇ ਹੋਏ। ਰਿਖਬ ਸਮਾਨ ਕੰਧ ਦਵੈ ਭਾਰੀ। ਜੋ ਬਾਵਾਂ ਜਿਹੜੀਆਂ ਹਨ ਕੰਧੇ ਮੋਢੇ ਜਿਹੜੇ ਹਨ ਜਿਸ ਤਰ੍ਹਾਂ ਬਲਦ ਦੇ ਮੋਢੇ ਹੁੰਦੇ ਹਨ ਉਸ ਤਰ੍ਹਾਂ ਉਹਨਾਂ ਦੇ ਸਤਿਗੁਰੂ ਮਹਾਰਾਜ ਜੀ ਦੇ ਕੰਧੇ ਜਿਹੜੇ ਹਨ ਤਾਂ ਨੂੰ ਉਠੇ ਹੋਏ। ਔਰ ਆਯੁਕਤ ਬਨ ਮਾਲ ਸੁਹਾਵਾ। ਸਤਿਗੁਰੂ ਮਹਾਰਾਜ ਜੀ ਦੀ ਔਰ ਦਾ ਮਤਲਬ ਗਲ ਦੇ ਵਿੱਚ ਛਾਤੀ ਦੇ ਵਿੱਚ ਬਨਮਾਲਾ ਜਿਹੜੀ ਹੈ ਉਹ ਸ਼ੁਭਾਏਮਾਨ ਹੋ ਰਹੀ ਹੈ ਤੇ ਛਾਤੀ ਬਹੁਤ ਜ਼ਿਆਦੀ ਚੌੜੀ ਬੈਜੰਤੀ ਮਾਲਾ ਮਹਾਰਾਜ ਜੀ ਨੇ ਧਾਰਨ ਕੀਤਾ। ਅਧਿਕ ਕੌਸਤਭ ਮਣि ਸ਼ਬ ਪਾਵਾ। ਤੇ ਕੌਸਤਭ ਮਣੀ ਜਿਹੜੀ ਹੈ ਉਹ ਉਹਦੇ ਵਿੱਚ ਸ਼ੁਭਾਏਮਾਨ ਹੋ ਰਹੀ ਹੈ। ਉਸ ਬੈਜੰਤੀ ਮਾਲਾ ਦੇ ਵਿੱਚ ਕੌਸਤਭ ਮਣੀ ਕਹਿੰਦੇ ਇਹ ਕੌਸਤਭ ਮਣੀ ਜਦੋਂ ਦੇਵਤਿਆਂ ਨੇ ਤੇ ਦੈਤਾਂ ਨੇ ਸਮੁੰਦਰ ਦਾ ਮੰਥਨ ਕਰਨਾ ਕੀਤਾ 14 ਰਤਨ ਜਿਹੜੇ ਨਿਕਲੇ ਸਨ ਉਹਨਾਂ ਦੇ ਵਿੱਚੋਂ ਇੱਕ ਕੌਸਤਭ ਮਣੀ ਜਿਹੜੀ ਹੈ ਇਹ ਮਨੀ ਫਿਰ ਇਹ ਵਿਸ਼ਨੂੰ ਜੀ ਦੇ ਕੋਲ ਚੱਲ ਗਈ ਸੀ। ਕੰਬੂ ਗਰੀਬ ਤ੍ਰੈ ਰੇਖ ਬਿਰਾਜਤ। ਸਤਿਗੁਰੂ ਮਹਾਰਾਜ ਜੀ ਦੀ ਗਰੀਬ ਜਿਹੜੀ ਹੈ ਕੰਬੂ ਦਾ ਭਾਵ ਕਿ ਸ਼ੰਖ ਜਿਹੜਾ ਹੁੰਦਾ ਸ਼ੰਖ ਦਾ ਜਿਹੜਾ ਆਕਾਰ ਹੈ ਉਸ ਆਕਾਰ ਦੀ ਸਤਿਗੁਰੂ ਮਹਾਰਾਜ ਜੀ ਦੀ ਧੌਣ ਹੈ। ਬਦਨ ਬਿਲੋਕ ਚੰਦਰਮਾ ਲਾਜਤ। ਸਤਿਗੁਰੂ ਮਹਾਰਾਜ ਜੀ ਦਾ ਸੋਹਣਾ ਮੁਖਾਰ ਬਿੰਦ ਵੇਖ ਕਰਕੇ ਚੰਦਰਮਾ ਵੀ ਜਿਹੜਾ ਪੁੰਨਿਆ ਦਾ ਸ਼ਰਮਸ਼ਾਰ ਹੋ ਰਿਹਾ। ਸ਼ਿਵਕ ਚਾਰ ਮੁਸਕਿਆਨ ਕਪੋਲਾ। ਸਤਿਗੁਰੂ ਮਹਾਰਾਜ ਜੀ ਦੀ ਠੋਡੀ ਜਿਹੜੀ ਹੈ ਉਹ ਬਹੁਤ ਸ਼ੋਭਨੀਕ ਹੋ ਰਹੀ ਹੈ। ਜਦੋਂ ਸਤਿਗੁਰੂ ਮਹਾਰਾਜ ਮੁਸਕਰਾਉਂਦੇ ਹਨ ਤੇ ਗੱਲਾਂ ਦੇ ਵਿੱਚ ਪਿਆਰਿਓ ਵੱਟ ਪੈਂਦੇ। ਹਾਸ ਮ੍ਰਿਦੁਲ ਸ਼ਬ ਹੋਤ ਅਮੋਲਾ। ਸਤਿਗੁਰੂ ਮਹਾਰਾਜ ਜਦੋਂ ਹੱਸਦੇ ਹਨ ਬਹੁਤ ਕੋਮਲ ਮਹਾਰਾਜ ਜੀ ਦਾ ਨਜ਼ਾਰਾ ਝਲਕ ਰਿਹਾ ਹੈ। ਚਮਕ ਦਸਨ ਕੀ ਰੁਚਿਰ ਬਿਰਾਜੀ। ਸਤਿਗੁਰੂ ਮਹਾਰਾਜ ਜੀ ਦੇ ਦੰਦ ਇੰਜ ਚਮਕਦੇ ਹਨ ਕਵੀ ਰਾਜ ਜੀ ਉਹਦਾ ਦ੍ਰਿਸ਼ਟਾਂਤ ਦਿੰਦੇ। ਸੰਪਟ ਬਿਦਰਮ ਹੀਰਨ ਰਾਜੀ। ਜਿਸ ਤਰ੍ਹਾਂ ਕਿ ਸੰਪਟ ਜਿਹੜਾ ਹੁੰਦਾ ਅੱਜ ਵੀ ਆਪ ਜੀ ਜਾਓ ਜੇ ਆਪਾਂ ਸੋਨਾ ਖਰੀਦਦੇ ਆ ਹੀਰੇ ਮੋਤੀ ਖਰੀਦਦੇ ਆ ਪਿਆਰਿਓ ਲਾਲ ਰੰਗ ਦਾ ਡੱਬਾ ਜਿਹੜਾ ਹੈ ਉਹਦੇ ਵਿੱਚ ਪੈਕ ਕਰਕੇ ਦਿੰਦੇ ਹਨ ਤੇ ਕਈ ਵਾਰੀ ਕਾਗਜ਼ ਵੀ ਜਿਹੜਾ ਕਈ ਵਾਰੀ ਵਲੇਟਿਆ ਹੋਇਆ ਹੁੰਦਾ ਉਹ ਵੀ ਲਾਲ ਰੰਗ ਦਾ ਹੁੰਦਾ ਹੈ। ਇੱਕਦਮ ਲਾਲ ਰੰਗ ਦਾ ਉਹਦੇ ਵਿੱਚ ਚਿੱਟੇ ਜਿਹੜੇ ਹੀਰੇ ਜਿਹੜੇ ਹਨ ਲਾਲ ਰੰਗ ਦੇ ਡੱਬੇ ਦੇ ਵਿੱਚ ਕਿਸ ਤਰ੍ਹਾਂ ਨਜ਼ਰ ਆਉਂਦੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੇ ਬੁੱਲ ਜਿਹੜੇ ਇੱਕਦਮ ਲਾਲ ਹੈ ਉਹਦੇ ਵਿੱਚ ਹੀਰੇ ਦੇ ਵਾਂਗੂ ਮਹਾਰਾਜ ਜੀ ਦੇ ਦੰਦ ਚਮਕ ਰਹੇ ਹਨ। ਉਨਤ ਨਾਸਕਾ ਕਾਨਨ ਕੁੰਡਲ। ਸਤਿਗੁਰੂ ਮਹਾਰਾਜ ਜੀ ਦੀ ਨਾਸਕਾ ਜਿਹੜੀ ਹੈ ਕੀੜ ਸੇ ਨਾਕ ਉੱਚੀ ਨੱਕ ਹੈ ਤੇ ਕੀੜ ਦਾ ਮਤਲਬ ਕਿ ਤੋਤੇ ਵਰਗੀ ਨੱਕ ਹੈ ਸਤਿਗੁਰੂ ਮਹਾਰਾਜ ਜੀ ਤੇ ਕੰਨਾਂ ਦੇ ਵਿੱਚ ਕੁੰਡਲ ਪਾਏ। ਸ਼ੋਭਾ ਸੁਖ ਦਾ ਅਤ ਸੁਖ ਮੰਡਲ। ਸਤਿਗੁਰੂ ਮਹਾਰਾਜ ਜੀ ਦੀ ਸ਼ੋਭਾ ਜਿਹੜੀ ਹੈ ਸੁਖ ਦਾ ਸੁੱਖਾਂ ਨੂੰ ਦੇਣ ਵਾਲੀ ਹੈ। ਮਨਹੁ ਕਮਲ ਦਲ ਸੁੰਦਰ ਲੋਚਨ। ਹੁਣ ਅੱਖਾਂ ਦੇ ਬਾਬਤ ਕਵੀ ਰਾਜ ਜੀ ਦੱਸਦੇ ਸਤਿਗੁਰੂ ਮਹਾਰਾਜ ਦੀਆਂ ਅੱਖਾਂ ਜਿਹੜੀਆਂ ਦਿਵ ਰੂਪ ਦੇ ਵਿੱਚ ਜਾਣੋ ਕਿ ਕਮਲ ਫੁੱਲ ਦੀ ਜਿਸ ਤਰ੍ਹਾਂ ਸ਼ੋਭਾ ਹੁੰਦੀ ਹੈ ਕਮਲ ਫੁੱਲ ਦੇ ਵਾਂਗੂ ਅੱਖਾਂ ਖਿੜੀਆਂ ਹੋਈਆਂ। ਕਿਰਪਾ ਭਰੀ ਚਿਤਵਨ ਦੁਖ ਮੋਚਨ। ਸਤਿਗੁਰੂ ਮਹਾਰਾਜ ਕਿਰਪਾ ਦੀ ਭਰੀ ਕਿਰਪਾ ਦੇ ਨਾਲ ਭਰ ਕਰਕੇ ਜਦੋਂ ਤੱਕਦੇ ਹਨ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਜਿਹਦੇ ਉੱਤੇ ਵੀ ਸਤਿਗੁਰੂ ਮਹਾਰਾਜ ਕਿਰਪਾ ਦ੍ਰਿਸ਼ਟੀ ਦੇ ਨਾਲ ਤੱਕਦੇ ਕਿਉਂਕਿ ਸਤਿਗੁਰੂ ਮਹਾਰਾਜ ਦੀਆਂ ਅੱਖਾਂ ਦੇ ਵਿੱਚ ਅਮਿਆ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ। ਮਹਾਰਾਜ ਜੀ ਦੀ ਦ੍ਰਿਸ਼ਟੀ ਦੇ ਵਿੱਚ ਅੰਮ੍ਰਿਤ ਵਸਦਾ ਹੈ ਤੇ ਅੰਮ੍ਰਿਤ ਰੂਪੀ ਦ੍ਰਿਸ਼ਟੀ ਦੇ ਨਾਲ ਜਿਹਨੂੰ ਧਨੁਖ ਬ੍ਰਿਕੁਟੀ ਮਸਤਕ ਚਾਰੂ। ਸਤਿਗੁਰੂ ਮਹਾਰਾਜ ਜੀ ਦੀਆਂ ਜਿਹੜੀਆਂ ਤ੍ਰਿਕੁਟੀ ਜਿਹੜੀ ਹੈ ਜਿਹਨੂੰ ਆਪਾਂ
ਭਰਵੱਟੇ ਕਹਿੰਦੇ ਹਨ, ਉਹ ਤਨਖ ਦੇ ਵਾਂਗੂ ਹੈ। ਸਿਰ ਕਰੀਟ ਜਿਹ ਪ੍ਰਭਾਵ ਪਾਰੂ, ਸਿਰ ਦੇ ਉੱਤੇ ਮਹਾਰਾਜ ਜੀ ਨੇ ਸੋਹਣਾ ਦਸਤਾਰਾ ਸਜਾਇਆ ਹੋਇਆ। ਸ਼ਾਮ ਬਰਨ ਜਲਧਰ ਕੀ ਨਿਆਈ, ਸ਼ਿਆਮ ਸਤਿਗੁਰੂ ਮਹਾਰਾਜ ਜੀ ਦਾ ਸਾਵਲਾ ਵਰਨ ਹੈ, ਜਲਧਰ ਦੇ ਵਾਂਗੂ, ਬਦਲਾਂ ਦੇ ਵਾਂਗੂ। ਬਸਨ ਪੀਤ ਜਨ ਛਟਾ ਸੁਹਾਈ, ਤੇ ਉਤੋਂ ਸਤਿਗੁਰੂ ਮਹਾਰਾਜ ਜੀ ਨੇ ਪੀਤ ਬਸਤ ਤਨ ਧਰੇ, ਪੀਲੇ ਬਸਤਰ ਜਿਹੜੇ ਹਨ ਉਹਨੂੰ ਧਾਰਨ ਕਰਨਾ ਕੀਤਾ। ਆਪਨੋ ਪਲਟ ਸਰੂਪ ਕਿਰਪਾਲਾ, ਸਤਿਗੁਰੂ ਮਹਾਰਾਜ ਜੀ ਨੇ ਆਪਣਾ ਸਰੂਪ ਜਿਹੜਾ ਇਹ ਪਲਟ ਕਰਕੇ, ਬਦਲ ਕਰਕੇ, ਚੜ੍ਹੇ ਵਿਵਾਨ ਉਪਰ ਤਤਕਾਲ। ਸਤਿਗੁਰੂ ਮਹਾਰਾਜ ਜੀ ਦਾ ਪੰਜ ਭੌਤਿਕ ਸਰੀਰ ਤਾਂ ਜਿਹੜਾ ਧਰਤੀ ਤੇ ਰਹਿ ਗਿਆ, ਇਹ ਦਿਵ ਰੂਪ ਜਿਹੜਾ ਹੈ, ਇਹ ਸੂਖਸ਼ਮ ਸਰੀਰ ਜਿਹੜਾ ਸਤਿਗੁਰੂ ਮਹਾਰਾਜ ਜੀ ਦਾ ਦਿਵ ਸਰੀਰ ਆ, ਉਹ ਜਾ ਕਰਕੇ ਪਿਆਰਿਓ ਇਹਦੇ ਉੱਤੇ ਪਾਲਕੀ ਸਾਹਿਬ ਦੇ ਵਿੱਚ ਜਾ ਕਰਕੇ ਵਿਰਾਜਮਾਨ ਹੋ ਗਿਆ। ਆਪ ਜੀ ਨੇ ਜੋ ਸਾਰੇ ਦ੍ਰਿਸ਼ਟਾਂਤ ਜੋ ਸਰਵਣ ਕਰਨੇ ਕੀਤੇ, ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਜਿਸ ਤਰ੍ਹਾਂ ਹਿੰਦੂ ਮਤ ਦੇ ਅਨੁਸਾਰ, ਉਸ ਮਤ ਦੇ ਅਨੁਸਾਰ ਉਹਨਾਂ ਦੀ ਜਿਆਦੀ ਪੜ੍ਹਾਈ ਲਿਖਾਈ ਹੋਈ ਸੀ, ਤੇ ਉਹਦੇ ਮੁਤਾਬਕ ਪਿਆਰਿਓ ਦਿਵ ਰੂਪ ਦੇ ਜਿੰਨੇ ਵੀ ਆਪਾਂ ਪੁਰਾਤਨ ਗ੍ਰੰਥ ਪੜ੍ਹਦੇ ਆ, ਸ਼ਾਸਤਰ ਪੜ੍ਹਦੇ ਆ, ਉਹਦੇ ਵਿੱਚ ਪਿਆਰਿਓ ਦਿਵ ਰੂਪ ਦਾ ਜਿਹੜਾ ਇਹ ਹੀ ਵਰਣਨ ਕੀਤਾ ਗਿਆ ਹੈ। ਸਤਿਗੁਰੂ ਮਹਾਰਾਜ ਜੀ ਨੇ ਵੀ ਕਿਹਾ ਨਾ, ਤੇਰੇ ਬੰਕੇ ਲੋਇਣ ਦੰਤ ਰਿਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ। ਤੇ ਸਵਈਆਂ ਦੇ ਵਿੱਚ ਆਪਾਂ ਪੜ੍ਹਦੇ ਆ, ਤੇ ਪੀਤ ਬਸਨ ਕੁੰਦ ਦਸਨ, ਪ੍ਰਿਆ ਸਹਿਤ ਕੰਠ ਮਾਲ, ਮੁਕਟ ਸੀਸ ਮੋਰ ਪੰਖ ਚਾਏ ਜਿਓ, ਬੇਵਜੀਰ ਬੜੇ ਧੀਰ, ਧਰਮ ਅੰਗ ਲਖ ਅਗਮ, ਖੇਲ ਕੀਆ ਆਪਣੇ ਉਸ਼ਾਹੇ ਜਿਓ। ਤੇ ਇਹ ਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ, ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਵੀ ਪਿਆਰਿਓ ਇਹ ਰੂਪ ਦਾ ਕਈ ਵਾਰੀ ਜ਼ਿਕਰ ਆਇਆ, ਤੇ ਉਹ ਸਤਿਗੁਰੂ ਮਹਾਰਾਜ ਜੀ ਨੇ ਸੂਖਸ਼ਮ ਸਰੀਰ ਜਿਹੜਾ ਹੈ, ਕਾਰਨ ਸਰੀਰ ਜਿਹੜਾ ਹੈ ਮਹਾਰਾਜ ਜੀ ਦਾ, ਜਿਹਨੂੰ ਆਪਾਂ ਦਿਵ ਸਰੀਰ ਬੋਲਦੇ ਆ, ਉਹ ਨਿਕਲ ਕਰਕੇ ਹੁਣ ਪਾਲਕੀ ਸਾਹਿਬ ਦੇ ਵਿੱਚ ਵਿਰਾਜਮਾਨ ਹੋਇਆ। ਤਹਿ ਛਿਨ ਦੋਨੋਂ ਸੁਤ ਚਲਾਏ, ਜਦੋਂ ਸਤਿਗੁਰੂ ਮਹਾਰਾਜ ਪਿਆਰੇ ਦੇਖੋ ਇੱਥੇ ਬੜੀ ਤਗੜੀ ਖੇਡ ਵਰਤਨ ਵਾਲੀ ਹੈ। ਸਤਿਗੁਰੂ ਮਹਾਰਾਜ ਜੀ ਜਦੋਂ ਬਾਹਰ ਆ ਗਏ, ਪਾਲਕੀ ਦੇ ਵਿੱਚ ਵਿਰਾਜਮਾਨ ਹੋ ਗਏ, ਬਸ ਉਹੀ ਸਮੇਂ ਸਤਿਗੁਰੂ ਮਹਾਰਾਜ ਜੀ ਦੇ ਦੋਵੇਂ ਸਪੁੱਤਰ ਆ ਗਏ। ਸੁਨਤ ਰੌਰ ਹਿਰਦੇ ਵਿਸਮਾਏ, ਉਹ ਜਦੋਂ ਪਹੁੰਚਦੇ ਹਨ, ਪਹੁੰਚਣ ਤੋਂ ਪਹਿਲਾਂ ਹੀ ਪਿਆਰਿਓ ਇਹਨੂੰ ਆਪਾਂ ਅਨੁਮਾਨ ਕਹਿੰਦੇ ਆ, ਜਦੋਂ ਪੁੱਛਣ ਦੀ ਲੋੜ ਹੀ ਨਹੀਂ ਪੈਂਦੀ ਹੈ। ਤੇ ਕਿੱਥੇ ਤੁਸੀਂ ਜਾਓ, ਉੱਥੇ ਰੌਲਾ ਪੈਂਦਾ ਹੋਵੇ, ਲੋਕ ਵਿਰਾਗ ਕਰਦੇ ਹੋਣ, ਤੇ ਤੁਸੀਂ ਜਾ ਕਰਕੇ ਪੁੱਛੋ ਕਿ ਭਾਈ ਗੱਲ ਕੀ ਹੈ, ਨਹੀਂ ਪਿਆਰਿਓ ਸਿਆਣਾ ਅਨੁਮਾਨ ਲਾ ਲੈਂਦਾ। ਇਹਨਾਂ ਨੇ ਅਨੁਮਾਨ ਲਾ ਲਿਆ ਕਿ ਭਾਈ ਲੱਗਦਾ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਤਨ ਦਾ ਤਿਆਗ ਕਰ ਦਿੱਤਾ। ਭੀੜ ਅਧਿਕ ਜਾਵਨ ਮਗ ਨਾਹੀ, ਰਸਤੇ ਦੇ ਵਿੱਚ ਬਹੁਤ ਜ਼ਿਆਦੀ ਭੀੜ ਲੱਗੀ ਹੋਈ ਹੈ, ਤੇ ਸਾਰਿਆਂ ਨੇ ਸਤਿਗੁਰੂ ਮਹਾਰਾਜ ਜੀ ਦੇ ਇਹ ਵੇਖਦਿਆਂ ਵੇਖਦਿਆਂ ਮਹਾਰਾਜ ਜੀ ਨੇ ਭਾਣਾ ਵਰਤਾਇਆ। ਮਹਾਰਾਜ ਜੀ ਦੇ ਚੌਗਿੜ ਦੇ ਸੰਗਤਾਂ ਦੀ ਬਹੁਤ ਵੱਡੀ ਭੀੜ ਖੜੋਤੀ ਹੋਈ ਹੈ, ਐਨ ਰਿੰਗਣ ਬਣਾ ਕਰਕੇ ਲੋਕੀ ਖੜੇ ਉੱਤੇ ਹੋਏ ਹਨ, ਧੱਕਾ ਮਾਰਦੇ ਅੱਗੇ ਵੱਧਦੇ, ਤੇ ਮਹਾਰਾਜ ਜੀ ਦੇ ਸਪੁੱਤਰ ਜਿਹੜੇ ਉਹਨਾਂ ਨੂੰ ਲੰਘਣ ਨਹੀਂ ਦਿੰਦੇ ਹਨ, ਭਾਵ ਕਿ ਉਹ ਸਾਰੇ ਅੱਗੇ ਅੱਗੇ ਵੱਧ ਰਹੇ, ਉਹਨਾਂ ਨੂੰ ਚੀਰ ਕਰਕੇ, ਧੱਕਾ ਮਾਰ ਕਰਕੇ, ਤੇ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਬਾਹਰ ਆ ਰਹੇ। ਦੁਸ਼ਤਰ ਵੈ ਪਹੁੰਚੇ ਪ੍ਰਭ ਪਾਹੀ, ਬਹੁਤ ਜ਼ਿਆਦਾ ਦੁਸ਼ਤਰ ਹੋ ਗਿਆ, ਬੜਾ ਕਠਿਨ ਹੋ ਗਿਆ ਸਤਿਗੁਰੂ ਮਹਾਰਾਜ ਜੀ ਤੱਕ ਪਹੁੰਚਣਾ, ਕਿਉਂਕਿ ਸਾਰਿਆਂ ਦਾ ਧਿਆਨ ਪਿਆਰਿਓ ਮਹਾਰਾਜ ਜੀ ਦੇ ਵੱਲ ਹੈ। ਉੱਥੇ ਧਿਆਨ ਕੇਂਦਰਿਤ ਕਰਨਾ ਕੀਤਾ, ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਗੁਰੂ ਪੁੱਤਰ ਜਾ ਰਹੇ ਕਰਕੇ। ਦੇਖ ਸੁਲਖਣੀ ਸੁਤ ਸੋ ਭਾਖੀ, ਮਾਤ ਸੁਲਖਣੀ ਜੀ ਨੇ ਜਦੋਂ ਵੇਖਿਆ ਕਿ ਭਾਈ ਬੜਾ ਧੱਕਾ ਵੱਜ ਰਿਹਾ, ਕੀ ਗੱਲ ਹੈ, ਉਹਨਾਂ ਨੇ ਤਾਂ ਹੋ ਕਰਕੇ ਵੇਖਿਆ, ਤੇ ਉਹਨਾਂ ਨੇ ਵੇਖਿਆ ਬਾਬਾ ਸ਼੍ਰੀ ਚੰਦ ਤੇ ਲਖਮੀ ਦਾਸ ਆਏ। ਉਹਨਾਂ ਨੂੰ ਕਿਹਾ, ਪੂਰਬ ਕਿਉਂ ਨਾ ਆਏ ਅਸ ਕਾਂਖੀ, ਉਹਨਾਂ ਨੇ ਆਉਂਦੇ ਸਾਥੀ ਕਿਹਾ ਕਿ ਬੱਚਿਓ ਬਹੁਤ ਦੇਰੀ ਕਰ ਦਿੱਤੀ ਹੈ, ਤੁਹਾਨੂੰ ਚਾਹੀਦਾ ਪਹਿਲਾਂ ਹੀ ਚੱਲ ਕੇ ਆਉਣਾ ਚਾਹੀਦਾ, ਪਹਿਲੇ ਕਿਉਂ ਨਹੀਂ ਆਏ। ਰਹੇ ਬੁਲਾਏ ਪਠੇ ਦਵੈ ਬਾਰੀ, ਇਸ ਤੋਂ ਪਹਿਲਾਂ 2 ਵਾਰੀ ਤੁਹਾਡੇ ਕੋਲ ਸੇਵਕ ਨੂੰ ਭੇਜਿਆ ਸੀ, ਲੇਕਿਨ ਤੁਸੀਂ ਨਹੀਂ ਆਏ ਹੋ। ਪਿਛੇ ਆਏ ਰਹੋ ਪਛਤਾਏ, ਹੁਣ ਤੁਸੀਂ ਪਿੱਛੇ ਆਏ ਹੋ, ਲੇਟ ਹੋ ਗਏ, ਹੁਣ ਤਾਂ ਤੁਹਾਨੂੰ ਸਦਾ ਪਛਤਾਪ ਹੀ ਰਵੇਗਾ ਕਿ ਮਨਾ ਥੋੜਾ ਕੋ ਚਿਰ ਪਹਿਲਾਂ ਆ ਜਾਂਦੇ, ਮਹਾਰਾਜ ਜੀ ਦਾ ਬਚਨ ਮੰਨ ਲੈਂਦੇ, ਮਹਾਰਾਜ ਜੀ ਦੇ ਅੰਤਮ ਦਰਸ਼ਨ ਹੋ ਜਾਣੇ ਸਨ।
ਲੇਕਿਨ ਹੁਣ ਤੁਸੀਂ ਲੇਟ ਹੋ ਗਏ, ਸਦਾ ਵਾਸਤੇ ਹੁਣ ਪਛਤਾਪ ਹੀ ਰਹਿ ਜਾਵੇਗਾ, ਮਨ ਦੇ ਵਿੱਚ ਝੋਰੇ ਰਹਿ ਜਾਣਗੇ। ਅਬ ਤੋ ਗਏ ਸਮਾਏ ਗੁਸਾਈ। ਹੁਣ ਤਾਂ ਸਤਿਗੁਰੂ ਮਹਾਰਾਜ ਹੁਣ ਆਉਣ ਦਾ ਵੀ ਕੀ ਫਾਇਦਾ ਹੈ। ਸਤਿਗੁਰੂ ਮਹਾਰਾਜ ਹੁਣ ਸਮਾਵਨਾ ਕਰ ਗਏ, ਸਤਿਗੁਰੂ ਮਹਾਰਾਜ ਜੋਤੀ ਜੋਤ ਸਮਾ ਗਏ। ਸ੍ਰੀ ਚੰਦ ਸੁਨ ਲਖਮੀ ਦਾਸ। ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਨੇ ਬਚਨਾਂ ਨੂੰ ਸੁਣ ਕਰਕੇ ਵਿਸਮੈ ਭੈ ਪਏ ਦਰਸ ਨਿਰਾਸ। ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ, ਸੁਣ ਕਰਕੇ ਵਿਸਮਿਤ ਹੋ ਗਏ, ਬੜੇ ਨਿਰਾਸ਼ ਹੋ ਗਏ। ਆਪਣੇ ਦੋਸ਼ ਜਾਣ ਪਛਤਾਏ। ਹੁਣ ਪਿਆਰਿਓ ਉਹਨਾਂ ਨੂੰ ਪਤਾ ਚੱਲਿਆ ਕਿ ਦੋਸ਼ ਕਿਹਨਾਂ ਦਾ ਨਹੀਂ ਹੈ, ਦੋਸ਼ ਤਾਂ ਸਾਡਾ ਹੈ। ਕਿਉਂਕਿ ਇਸ ਤੋਂ ਪਹਿਲਾਂ ਹੀ 2 ਵਾਰੀ ਮਹਾਰਾਜ ਜੀ ਨੇ ਬੁਲਾ ਭੇਜਿਆ ਸੀ, ਕਿਹਾ ਸੀ ਕਿ ਆਓ ਭਾਈ ਆ ਜਾਓ, ਸਾਨੂੰ ਮਿਲ ਕੇ ਜਾਓ, ਲੇਕਿਨ ਉਹ ਨਹੀਂ ਆਏ। ਹੁਣ ਪਛਤਾਪ ਕਰਦੇ ਕਿ ਗਲਤੀ ਸਾਡੀ ਹੈ। ਕਵੀ ਸੰਤੋਖ ਸਿੰਘ ਸ਼ਰਧਾ ਪਾਏ। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਹੁਣ ਸਤਿਗੁਰੂ ਮਹਾਰਾਜ ਜੀ ਦੇ ਜੋ ਸਪੁੱਤਰ ਹਨ, ਉਹਨਾਂ ਦੇ ਮਨ ਦੇ ਵਿੱਚ ਹੁਣ ਸ਼ਰਧਾ ਜਾਗ ਰਹੀ ਹੈ, ਉਹਨਾਂ ਦੇ ਮਨ ਦੇ ਵਿੱਚ ਭਾਵਨਾ ਜਾਗਰਤ ਹੋ ਰਹੀ ਹੈ ਕਿ ਮਨਾ ਆਪਾਂ ਵਾਂਝੇ ਰਹਿ ਗਏ ਹਾਂ। ਕਿਉਂਕਿ ਪਿਆਰਿਓ ਕੀ ਹੁੰਦਾ ਜਦੋਂ ਅੰਮ੍ਰਿਤ ਨਾਲ ਹੋਵੇ ਤੇ ਆਪਾਂ ਅੰਮ੍ਰਿਤ ਦੀ ਸਾਰ ਨਹੀਂ ਪਹਿਚਾਣਦੇ ਆ। ਕਈ ਵਾਰੀ ਦਾਸ ਨੇ ਕਿਹਾ ਕਿ ਕਈ ਘਰ ਦੇ ਕਈ ਮਹਾਂਪੁਰਖ ਹੁੰਦੇ, ਆਪਾਂ ਕਹਿੰਦੇ ਜੀ ਘਰ ਕਾ ਜੋਗੀ ਜੋਗੜਾ, ਤੇ ਘਰ ਦਾ ਜਿਹੜਾ ਕੋਈ ਜੋਗੀ ਵਧੀਆ ਹੋਵੇ ਤਾਂ ਵੀ ਆਪਾਂ ਕਹਿੰਦੇ ਜੀ ਆ ਜੀ ਐਵੇਂ ਵੇਲੜਾ ਹੈ ਜੋਗੜਾ ਹੈ ਕਰਕੇ। ਕੋਈ ਬਾਹਰ ਕੋਈ ਬੰਦਾ ਬੈਠਿਆ ਹੋਇਆ ਹੋਵੇ, ਉਹਦੇ ਬਾਬਤ ਸਾਡੀ ਬੜੀ ਸ਼ਰਧਾ ਹੁੰਦੀ, ਆਪਾਂ ਕਹਿੰਦੇ ਆ ਜੀ ਬੜੇ ਸਿੱਧ ਬਾਬੇ ਹਨ ਕਰਕੇ। ਇਹ ਪਿਆਰਿਓ ਹੁੰਦਾ ਹੀ ਹੈ, ਜੋ ਵੀ ਚੀਜ਼ ਦੇ ਨਾਲ ਆਪਾਂ ਬਹੁਤ ਨੇੜਤਾ ਦਾ ਸੰਬੰਧ ਬਣਾ ਲੈਂਦੇ ਆ, ਨਾਲ ਜੁੜ ਜਾਂਦੇ ਆ, ਉਹਦੀ ਕਦਰ ਕੀਮਤ ਜਿਹੜੀ ਹੈ ਘਟ ਜਾਂਦੀ ਹੈ। ਕਈ ਵਾਰੀ ਜਿਹੜੇ ਗੁਰੂ ਘਰ ਦੇ ਵਿੱਚ ਸਦਾ ਨਾਲ ਰਹਿੰਦੇ ਹਨ, ਸਦਾ ਇੱਥੇ ਹੀ ਰਹਿੰਦੇ, ਤੇ ਫਿਰ ਕਈ ਵਾਰੀ ਆਪਾਂ ਵੇਖਦੇ ਹਾਂ ਜ਼ਿਆਦਾਤਰ ਤਾਂ ਉਹਨਾਂ ਦੇ ਅੰਦਰ ਸ਼ਰਧਾ ਘਟ ਜਾਂਦੀ ਹੈ, ਕਦਰ ਕੀਮਤ ਜਿਹੜੀ ਹੈ ਘਟ ਜਾਂਦੀ। ਉਹਨਾਂ ਨੂੰ ਲੱਗਦਾ ਕਿ ਭਾਈ ਇਹ ਤਾਂ ਸਾਡਾ ਰੋਜ਼ ਦਾ ਰੂਟੀਨ ਬਣ ਗਿਆ, ਰੋਜ਼ ਆਓ, ਰੋਜ਼ ਦਾ ਆਪਾਂ ਅੰਦਰ ਹੀ ਰਹਿੰਦੇ ਆ। ਜਿਹੜੇ ਜੰਗਲੇ ਅੰਦਰ ਦੇ ਵਿੱਚ ਸੇਵਾ ਕਰਦੇ ਸੇਵਾਦਾਰ ਜੋ ਵੀ ਹਨ, ਤੇ ਉਹਨਾਂ ਨੂੰ ਫਿਰ ਮਹਿਸੂਸ ਹੀ ਨਹੀਂ ਹੁੰਦਾ। ਸਾਡੇ ਵਰਗਿਆਂ ਨੂੰ ਜਦੋਂ ਮਰਜੀ ਚੱਲ ਜਾਓ ਜੀ, ਅੰਦਰ ਮੱਥਾ ਟੇਕ ਲਿਆ, ਸੇਵਾ ਕਰ ਲਈ ਹੈ। ਲੇਕਿਨ ਕੋਈ ਬਾਹਰੋਂ ਕੋਈ ਨਵਾਂ ਕੋਈ ਆਵੇ ਤੇ ਉਹਦੇ ਮਨ ਵਿੱਚ ਬੜਾ ਚਾਅ ਹੁੰਦਾ, ਹੌਲ ਹੁੰਦਾ ਹੈ ਕਿ ਪਤਾ ਨਹੀਂ ਕੀ ਹੋਵੇਗਾ। ਮੈਂ ਅੰਦਰ ਜਾ ਰਿਹਾ, ਇੱਕ ਕਦਮ ਵੀ ਜਦੋਂ ਅੰਦਰ ਰੱਖਦਾ ਨਾ, ਉਹਦੇ ਅੰਦਰ ਰੋਮ ਤੇ ਜਿਹੜੇ ਹਨ ਖਿੜ ਜਾਂਦੇ ਹਨ, ਉਹਦਾ ਉਤਸ਼ਵ ਵੀ ਬਹੁਤ ਵੱਖਰਾ ਹੁੰਦਾ। ਇਸ ਤਰ੍ਹਾਂ ਪਿਆਰਿਓ ਕਈ ਵਾਰੀ ਜਿਹੜੇ ਹਾਜ਼ਰ ਰਹਿ ਕਰਕੇ ਗੈਰ ਹਾਜ਼ਰ ਹੋ ਜਾਂਦੇ, ਕਈ ਦੂਰ ਰਹਿਣ ਵਾਲੇ ਜਿਹੜੇ ਹਨ ਉਹ ਗੁਰਮੁਖ ਲਾਹਾ ਲੈ ਗਏ, ਉਹ ਆ ਕਰਕੇ ਲਾਹਾ ਲੈ ਕਰਕੇ ਚੱਲ ਜਾਂਦੇ। ਕਵੀ ਰਾਜ ਜੀ ਨੇ ਕਿਹਾ ਹੁਣ ਇਹਨਾਂ ਦੇ ਮਨ ਵਿੱਚ ਸ਼ਰਧਾ ਵੱਧ ਗਈ ਹੈ। ਹੁਣ ਕਿਸ ਤਰ੍ਹਾਂ ਬੇਨਤੀਆਂ ਕਰਦੇ, ਮਹਾਰਾਜ ਜੀ ਕੀ ਕੌਤਕ ਵਰਤਾਉਂਦੇ ਹਨ, ਉਹ ਵਿਚਾਰ ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਆਪਾਂ ਨੇ ਸਰਵਣ ਕਰਨਾ। ਇੱਥੇ ਪ੍ਰਸੰਗ ਦੀ ਸਮਾਪਤੀ ਹੈ। ਇਤ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉੱਤਰਾਰਧੇ ਸਮਾਵਨ ਕੋ ਪ੍ਰਸੰਗ ਵਰਣਨੰ ਨਾਮ ਖਸਟ 50ਵਾਂ ਅਧਿਆਏ। ਇੱਥੇ ਪਿਆਰਿਓ 58ਵਾਂ ਜਿਹੜਾ ਹੈ 56ਵਾਂ ਅਧਿਆਏ ਜਿਹੜਾ ਹੈ ਉਹਦੀ ਸਮਾਪਤੀ ਹੋਈ ਹੈ। ਅਗਲਾ ਪ੍ਰਸੰਗ ਉਹਦੀ ਵਿਚਾਰ ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਕਰਨਾ। ਹੁਣ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਵਿਚਾਰ ਕਰਦੇ ਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਤਾ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚੁਤ ਹੈ ਪਾਰ ਬ੍ਰਹਮ ਅਬਨਾਸੀ ਅਘਨਾਸ, ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੀ ਹੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮਦਾਨ, ਰਾਖੋਂ ਹੀਐ ਪਰੋਏ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੈ ਸੋ ਉਤਰੈ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ,
ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸਾਚਾ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਚੋਜੀ ਪਿਆਰੇ ਗੋਬਿੰਦ ਸਿੰਘ ਜੀ। ਚੋਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ 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 ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀਆਂ ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ